ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 10 ਤੇ ਉੱਤੋਂ 5ਵੀਂ 6ਵੀਂ ਪੰਕਤੀ ਦੇ ਸ਼ੁਰੂ 'ਚ 2 ਨੰਬਰ ਤੋਂ ਬਾਅਦ ਅੰਗ ਨੰਬਰ 10 ਉੱਤੋਂ 5 ਪੰਕਤੀਆਂ ਛੱਡ ਕੇ ਹੈ 6ਵੀਂ ਪੰਕਤੀ 2 ਨੰਬਰ ਤੋਂ ਬਾਅਦ। ਜਿਨ ਹਰ 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 ਰਸ ਨਾਮ ਨ ਪਾਇਆ ਤੇ ਭਾਗਹੀਨ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ੍ਹਾਂ ਨੂੰ ਹਰ 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 ਰਸ ਨਾਮ ਨਾ ਪਾਇਆ, ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਰਸ ਨਹੀਂ ਨਾ ਪ੍ਰਾਪਤ ਹੋਇਆ। ਕਈ ਵਾਰੀ ਆਪਾਂ ਨਾਮ ਤਾਂ ਜਪਦੇ ਹਾਂ, ਉਹ 'ਚੋਂ ਰਸ ਨਹੀਂ ਆਉਂਦਾ। ਗਿਆਨ ਹੋਣ ਕਰਕੇ ਵੀ ਨਾਮ ਜਪਣਾ ਚਾਹੀਦਾ ਹੈ, ਬਾਣੀ ਪੜ੍ਹਨੀ ਚਾਹੀਦੀ ਹੈ। ਇਸ ਲਈ ਕਈ ਵਾਰੀ ਮਨੁੱਖ ਨਾਮ ਵੀ ਜਪਦਾ ਹੈ, ਬਾਣੀ ਵੀ ਪੜ੍ਹਦਾ ਹੈ, ਪਰ ਉਸਨੂੰ ਉਸ 'ਚੋਂ ਰਸ ਨਹੀਂ ਆ ਰਿਹਾ। ਕਹਿੰਦੇ ਜਿੰਨਾ ਚਿਰ ਰਸ ਨਹੀਂ ਆਉਂਦਾ ਉਹਨਾਂ ਚਿਰ ਮਨ ਨਹੀਂ ਲੱਗੇ। ਕੁਦਰਤੀ ਗੱਲ ਹੈ। ਆਪਾਂ ਵੀ ਰਸਦਾਇਕ ਚੀਜ਼ ਨੂੰ ਖਾ ਕੇ ਰਾਜੀ, ਬਖਬਕੀ ਨੂੰ ਖਾ ਕੇ ਵੀ ਨਹੀਂ ਰਾਜੀ। ਰਸਦਾਇਕ ਚੀਜ਼ ਹੀ ਚੰਗੀ ਲੱਗਦੀ ਹੈ। ਰਸ ਆ ਨਹੀਂ ਰਿਹਾ, ਇਸ ਲਈ ਮਨ ਲੱਗ ਨਹੀਂ ਰਿਹਾ। ਮਨ ਲੱਗਦਾ ਹੀ ਉਦੋਂ ਹੈ ਜਦੋਂ ਸਾਨੂੰ ਰਸ ਆਉਣ ਲੱਗ ਜਾਏ ਕਿਸੇ ਚੀਜ਼। ਭੌਰੇ ਵੱਲ ਤੁਸੀਂ ਵੇਖੋ, ਉਹ ਇੱਕ ਫੁੱਲ 'ਤੇ ਬੈਠਦਾ, ਉਹਨੂੰ ਚੂਸ ਕੇ ਵੇਖਦਾ। ਜੇ ਤਾਂ ਉਹਨੂੰ 'ਚ ਰਸ ਆ ਗਿਆ ਫਿਰ ਤੂੰ ਉੱਥੇ ਬੈਠੇ ਹੀ ਉਸ ਰਸ ਨੂੰ ਚੂਸੀ ਜਾਂਦਾ। ਜੇ ਉਹਨੂੰ ਨਹੀਂ ਰਸ ਆਇਆ ਫਿਰ ਦੂਜੇ ਫੁੱਲ 'ਤੇ ਬੈਠਦਾ, ਉਹਨੂੰ ਵੇਖਦਾ, ਨਹੀਂ ਰਸ ਆਇਆ ਫਿਰ ਤੀਜੇ ਫੁੱਲ 'ਤੇ ਜਾਂਦਾ। ਜਿਸ ਫੁੱਲ ਦੇ ਵਿੱਚ ਉਹਨੂੰ ਰਸ ਆਉਂਦਾ ਹੈ ਉਸ 'ਤੇ ਬੈਠ ਕੇ ਰਸ ਚੂਸਦਾ ਰਹਿੰਦਾ ਹੈ ਅਤੇ ਉਹਨੂੰ ਇੰਨਾ ਰਸ ਆ ਰਹਿੰਦਾ ਕਿ ਆਲਾ ਦੁਆਲਾ ਭੁੱਲ ਜਾਂਦਾ ਹੈ। ਜਦੋਂ ਆਪਾਂ ਨੂੰ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਸਮਾਂ ਹੀ ਭੁੱਲ ਜੇ ਵੀ ਕਿੰਨਾ ਸਮਾਂ ਹੋ ਗਿਆ ਅਤੇ ਮੈਂ ਕਿੱਥੇ ਬੈਠਾ। ਇਹਦਾ ਮਤਲਬ ਹੁਣ ਧਿਆਨ ਪੂਰਾ ਬਾਣੀ ਵੱਲ ਸੀ, ਕਿਉਂਕਿ ਉਸ ਦੇ ਵਿੱਚ ਰਸ ਆ ਰਿਹਾ ਸੀ। ਇਸ ਲਈ ਕਹਿੰਦੇ ਜਿਨ੍ਹਾਂ ਨੂੰ ਹਰੀ ਦੇ ਨਾਮ ਦਾ ਰਸ ਨਹੀਂ ਨਾ ਆਇਆ ਤੇ ਭਾਗਹੀਨ, ਤੇ ਬਹੁਵਚਨ ਹੁੰਦਾ ਉਹ, ਤੇ ਭਾਗਹੀਨ ਜਮ ਪਾਸ, ਉਹ ਬਦਕਿਸਮਤ ਹਨ ਅਤੇ ਉਹ ਜਮਾਂ ਦੇ ਕੋਲ ਜਾਣਗੇ। ਭਾਵ ਜਮ ਉਹਨਾਂ ਨੂੰ ਲੈ ਕੇ ਜਾਣਗੇ। ਵੀ ਤੁਸੀਂ ਨਾਮ ਨਹੀਂ ਜਪਿਆ। ਜੇ ਜਪਿਆ ਤਾਂ ਐਵੇਂ ਠੂੰ ਠੱਪ ਕੀਤੀ ਤੁਸੀਂ, ਮਨ ਕਰਕੇ ਨਹੀਂ ਜਪਿਆ। ਜਦੋਂ ਬੰਦਾ ਮਨ ਕਰਕੇ ਜਪੇਗਾ ਫਿਰ ਹੀ ਉਸਨੂੰ ਉਸ ਦੇ ਵਿੱਚ ਰਸ ਆਵੇਗਾ। ਮਜਬੂਰੀ ਵਸ ਜਪਣਾ, ਉਹ 'ਚ ਰਸ ਨਹੀਂ ਆਇਆ ਕਰਦਾ। ਖੁਸ਼ੀ ਖੁਸ਼ੀ ਜਪਣਾ ਕਿ ਮੈਂ ਪਰਮਾਤਮਾ ਦੀ ਖੁਸ਼ੀ ਪ੍ਰਾਪਤ ਕਰਨੀ। ਆਪਾਂ ਨੂੰ ਕਿਸੇ ਨੇ ਕੋਈ ਕੰਮ ਕਿਹਾ, ਆਪਾਂ ਦਿਲ ਲਾ ਕੇ ਉਹ ਕੰਮ ਕੀਤਾ, ਅਗਲਾ ਆਪਾਂ ਨੂੰ ਸ਼ਾਬਾਸ਼ ਦੇਗਾ ਵੀ ਭਾਈ ਤੁਸੀਂ ਬਹੁਤ ਵਧੀਆ ਕੰਮ ਕੀਤਾ। ਇਸ ਤਰ੍ਹਾਂ ਜਦੋਂ ਅਸੀਂ ਦਿਲ ਲਾ ਕੇ ਭਜਨ ਬੰਦਗੀ ਕਰਾਂਗੇ ਫਿਰ ਪਰਮਾਤਮਾ ਖੁਸ਼ ਹੋ ਜਾਏਗਾ। ਅਤੇ ਜਿਸ 'ਤੇ ਪਰਮਾਤਮਾ ਖੁਸ਼ ਹੈ ਉਹਦਾ ਜਮਾ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ, ਉਹਨੂੰ ਜਮ ਲੈਣ ਹੀ ਨਹੀਂ ਆਉਂਦੀ। ਇਸ ਲਈ ਜਿਨ੍ਹਾਂ ਨੂੰ ਨਾਮ ਰਸ ਨਹੀਂ ਆਇਆ ਤੇ ਭਾਗਹੀਨ, ਉਹ ਬਦਕਿਸਮਤ ਹਨ। ਜਮ ਪਾਸ, ਉਹਨਾਂ ਨੇ ਜਮਾਂ ਦੇ ਕੋਲ ਜਾਣਾ ਹੈ, ਉਹਨਾਂ ਜਮਾਂ ਦੇ ਵਸ ਪੈਣਾ ਹੈ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਸ। ਜੋ ਗੁਰੂ ਦੀ ਸ਼ਰਨ 'ਚ ਨਹੀਂ ਆਏ, ਗੁਰੂ ਦੀ ਸੰਗਤ 'ਚ ਨਹੀਂ ਆਏ, ਤ੍ਰਿਗ ਜੀਵੇ, ਜਿੰਨਾ ਉਹ ਜਿਉਂ ਲੈ ਉਹ ਵੀ ਧਰਕਾਰਯੋਗ। ਤ੍ਰਿਗ ਜੀਵਾਸ, ਅਤੇ ਜਿੰਨਾ ਜਿਉਣ ਦੀ ਅਜੇ ਆਸ ਲਈ ਬੈਠੇ ਨੇ ਉਹ ਵੀ ਧਰਕਾਰਯੋਗ। ਜਿਨ੍ਹਾਂ ਨੇ ਸਤ ਸੰਗਤ ਨਹੀਂ ਕੀਤੀ, ਜੋ ਗੁਰੂ ਦੀ ਸ਼ਰਨ 'ਚ ਨਹੀਂ ਆਏ, ਉਹਨਾਂ ਜਿੰਨਾ ਜਿਉਣ ਲੈ ਕਹਿੰਦਾ ਉਹ ਵੀ ਧਰਕਾਰਯੋਗ। ਅਤੇ ਜਿੰਨਾ ਜੇ ਜਿਉਣ ਦੀ ਆਸ ਲਾਈ ਬੈਠੇ ਵੀ ਜੇ ਮੈਂ 10 ਸਾਲ ਜਿਉਣਾ, 20 ਸਾਲ ਜਿਉਣਾ, ਉਹ ਵੀ ਵਿਅਰਥ ਹੈ, ਇਹ ਵਿਅਰਥ। ਸੋ ਸਮਾਂ ਉਹੀ ਸਫਲਾ ਹੈ ਜਿਹੜਾ ਅਸੀਂ ਗੁਰੂ ਦੀ ਸੰਗਤ 'ਚ ਆ ਕੇ ਬਤੀਤ ਕਰਦੇ ਹਾਂ।
ਇਸ ਕਰਕੇ ਕਿ ਸਤ ਸੰਗਤ ਕਰੇਗਾ ਤੇ ਗਿਆਨ ਹੋਏਗਾ, ਗਿਆਨ ਹੋਏਗਾ ਤੇ ਉਹਦਾ ਜ਼ਿੰਦਗੀ 'ਚ ਵਰਤੋਂ ਕਰੇਗਾ। ਸਤ ਸੰਗਤ ਕੀਤੀ ਨਹੀਂ, ਗਿਆਨ ਹੋਇਆ ਨਹੀਂ। ਹੁਣ ਜਿਹੜੇ ਪਹਿਲਾਂ ਪੀਂਦੇ ਸਨ ਉਹ ਸਤਸੰਗ ਨਹੀਂ ਸਨ ਕਰਦੇ। ਜਦੋਂ ਉਹਨਾਂ ਨੇ ਸਤ ਸੰਗਤ ਕਰਨੀ ਸ਼ੁਰੂ ਕੀਤੀ ਫਿਰ ਉਹਨਾਂ ਨੂੰ ਗਿਆਨ ਹੋ ਗਿਆ। ਕੁਝ ਗੁਰੂ ਮਹਾਰਾਜ ਨੇ ਕਿਰਪਾ ਕਰਤੀ, ਕੁਝ ਗਿਆਨ ਹੋ ਗਿਆ, ਉਹ ਪੀਣੋਂ ਹਟ ਗਏ, ਪੀਣੋਂ ਹਟ ਗਏ। ਕਿਉਂਕਿ ਸਤ ਸੰਗਤ ਦੇ ਵਿੱਚ ਆ ਕੇ ਗਿਆਨ ਹੁੰਦਾ ਹੈ, ਸਤ ਸੰਗਤ 'ਚ ਆ ਕੇ ਗੁਰੂ ਦੀ ਕਿਰਪਾ ਹੁੰਦੀ ਹੈ। ਫਿਰ ਮਨੁੱਖ ਬੁਰਾਈਆਂ ਛੱਡ ਦਿੰਦਾ ਹੈ ਅਤੇ ਚੰਗੇ ਪਾਸੇ ਲੱਗ ਕੇ ਆਪਣੇ ਜੀਵਨ ਨੂੰ ਸਫਲ ਕਰ ਲੈਂਦਾ। ਤਾਂ ਉਹ ਕਹਿੰਦੇ ਜਿਹੜੇ ਗੁਰੂ ਦੀ ਸ਼ਰਨ 'ਚ ਨਹੀਂ ਆਏ, ਗੁਰੂ ਦੀ ਸੰਗਤ 'ਚ ਨਹੀਂ ਆਏ, ਉਹਨਾਂ ਜਿੰਨਾ ਜਿਉਂ ਲਿਆ ਵੀ ਧਰਕਾਰਯੋਗ ਫਿਟਕਾਰਯੋਗ, ਅਤੇ ਜਿਹੜਾ ਜਿਉਣ ਦੀ ਅਜੇ ਆਸ ਲਾਈ ਬੈਠੇ ਨੇ ਉਹ ਵੀ ਧਰਕਾਰਯੋਗ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਜਿਨ੍ਹਾਂ ਵਿਅਕਤੀਆਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋ ਗਈ, ਅਸਲ ਧੁਰੋਂ ਮੱਥੇ 'ਤੇ ਹੀ ਉਹਨਾਂ ਦੇ ਅਜਿਹਾ ਲੇਖ ਲਿਖਿਆ ਹੋਇਆ ਸੀ ਕਿ ਤੁਸੀਂ ਗੁਰੂ ਦੀ ਸੰਗਤ ਕਰੋਗੇ, ਇਸ ਲਈ ਉਹਨਾਂ ਨੂੰ ਸਤਿਸੰਗ ਪ੍ਰਾਪਤ ਹੋ ਗਈ। ਜਿਹੜਾ ਤੇ ਧੁਰੋਂ ਲਿਖਿਆ ਹੋਇਆ ਹੈ ਉਹ ਤਾਂ ਸਾਡਾ ਸੁਭਾਅ ਹੀ ਉਹੋ ਜਿਹਾ ਹੋ ਜਾਣਾ, ਉਹਦੀ ਕੋਈ ਦਿੱਕਤ ਨਹੀਂ ਹੁੰਦੀ। ਜੋ ਧੁਰੋਂ ਮੇਰੀ ਕਿਸਮਤ 'ਚ ਲਿਖਿਆ, ਮੇਰੀ ਕਿਸਮਤ ਨੇ ਮੇਰਾ ਸੁਭਾਅ, ਮੇਰੀਆਂ ਆਦਤਾਂ ਉਸੇ ਤਰ੍ਹਾਂ ਹੀ ਬਣਾ ਦੇਣੀਆਂ ਹਨ। ਮੇਰੀ ਕਿਸਮਤ ਨੇ ਮੇਰਾ ਸੁਭਾਅ ਅਤੇ ਮੇਰੀ ਆਦਤਾਂ ਬਣਾਉਣੀਆਂ ਨੇ। ਅੱਗੇ ਫਿਰ ਜਿਹੜੀ ਕਿਸਮਤ ਮੈਂ ਬਣਾਉਣੀ ਹੈ ਉਹ ਆਪਣੇ ਕਰਮਾਂ ਕਰਕੇ ਬਣਾਉਣੀ ਹੈ। ਸੋ ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਜਿਨ੍ਹਾਂ ਨੇ ਹਰੀ ਜਨਾਂ ਨੇ ਭਾਵ ਹਰੀ ਦੇ ਭਗਤਾਂ ਨੇ ਗੁਰੂ ਦੀ ਸੰਗਤ ਪ੍ਰਾਪਤ ਕੀਤੀ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਉਹਨਾਂ ਦੇ ਧੁਰੋਂ ਹੀ ਮੱਥੇ 'ਤੇ ਇਹ ਲੇਖ ਲਿਖਿਆ ਹੋਇਆ ਸੀ, ਜਿਸ ਕਾਰਨ ਉਹ ਸਤ ਸੰਗਤ ਦੇ ਵਿੱਚ ਆਏ। ਉਂਝ ਤਾਂ ਫਿਰ ਆਪਾਂ ਹੌਲੀ ਹੌਲੀ ਕਿਸੇ ਗੁਰੂ ਪਿਆਰੇ ਦੀ ਸੰਗਤ ਕਰੀਏ, ਫਿਰ ਹੌਲੀ ਹੌਲੀ ਬਦਲਾਂਗੇ, ਫਿਰ ਕਿਤੇ ਗੁਰੂ ਦੀ ਸੰਗਤ 'ਚ ਆਵਾਂਗੇ। ਜੇ ਲਿਖਿਆ ਹੋਇਆ ਹੈ ਫਿਰ ਕੋਈ ਆਪਣੇ ਇੱਕ ਵਾਰੀ ਕਹੇਗਾ ਆ ਯਾਰ ਫਲਾਣੇ ਸਾਹਿਬ ਸਤਸੰਗ ਹੋ ਰਹੀ ਚੱਲੀਏ, ਅਤੇ ਤੁਸੀਂ ਤਿਆਰ ਹੋ ਜਾਓਗੇ ਚੱਲ ਚੱਲਦੇ, ਕਿਉਂਕਿ ਉਹ ਲਿਖਿਆ ਹੋਇਆ ਸੀ, ਇਸ ਲਈ ਮਨ ਛੇਤੀ ਤਿਆਰ ਹੋ ਗਿਆ, ਇਸ ਲਈ ਮਨ ਛੇਤੀ ਤਿਆਰ ਹੋ ਗਿਆ। ਹੁਣ ਜਿਨ੍ਹਾਂ ਦੇ ਲਿਖਿਆ ਹੁੰਦਾ ਤਾਂ ਫਲਾਣੇ ਦੇਸ਼ 'ਚ ਜਾਣਾ, ਉਹਦਾ ਮਨ ਬਣਨਾ ਸ਼ੁਰੂ ਹੋ ਜਾਂਦਾ, ਬਸ ਜਾਣਾ ਜਾਣਾ ਜਾਣਾ। ਉਹ ਮਾਂ ਪਿਓ ਨਾ ਵੀ ਭੇਜਾ, ਰਿੜ ਰਿੜ ਕਰਦਾ ਰਹਿੰਦਾ, ਜਾਣਾ ਜਾਣਾ, ਆਈਲੈਟਸ ਕਰ ਲੈਂਦਾ, ਕੋਈ ਹੋਰ ਢੰਗ ਨਾਲ ਜਾਂਦਾ, ਉਹ ਚਲੇ ਹੀ ਜਾਂਦਾ ਕਿਉਂਕਿ ਉਹਦਾ ਲਿਖਿਆ ਹੁੰਦਾ। ਇਸ ਕਾਰਨ ਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਗੁਰੂ ਦੀ ਸੰਗਤ ਪ੍ਰਾਪਤ ਹੋ ਕੇ ਇਹ ਧੁਰੋਂ ਹੀ ਪ੍ਰਮਾਤਮਾ ਨੂੰ ਉਹਨਾਂ ਦੇ ਮੱਥੇ 'ਤੇ ਐਸਾ ਲੇਖ ਲਿਖਿਆ ਹੋਇਆ ਸੀ। ਧੰਨ ਧੰਨ ਸਤ ਸੰਗਤ। ਤੁਸੀਂ ਕਹੋਗੇ ਇੱਕ 'ਤੇ ਟਿੱਪੀ ਲਾਈ ਹੈ, ਇੱਕ 'ਤੇ ਨਹੀਂ ਲਾਈ। ਇੱਕ ਧੰਨ ਹੈ, ਇੱਕ ਧੰਨ ਹੈ, ਦੋਨੋਂ ਹੀ ਧੰਨ। ਵੀ ਇੱਕ 'ਤੇ ਟਿੱਪੀ ਲਾਈ, ਇੱਕ 'ਤੇ ਨਹੀਂ ਲਾਈ, ਕਿਉਂਕਿ ਜਿਨ੍ਹਾਂ ਨੂੰ ਕਵਿਤਾ ਜਾਂ ਗੀਤ ਦਾ ਗਿਆਨ ਹੈ ਨਾ, ਉਹਨਾਂ ਨੂੰ ਪਤਾ ਹੈ ਵੀ ਮਾਤਰਾਵਾਂ ਦਾ ਤੋਲ ਬਰਾਬਰ ਰੱਖਣਾ ਪੈਂਦਾ ਹੈ। ਹੁਣ ਜੇ ਮਾਤਰਾ ਵੱਧ ਰਹੀ ਹੈ ਤਾਂ ਗੁਰੂ ਮਹਾਰਾਜ ਉੱਤੋਂ ਟਿੱਪੀ ਕੱਟ ਦਿੱਤੀ ਹੈ। ਬੋਲਣ ਵੇਲੇ ਅਸੀਂ ਧੰਨ ਧੰਨ ਹੀ ਬੋਲਣਾ, ਜਿਵੇਂ ਕਈ ਥਾਂ 'ਤੇ ਆਨੰਦ ਲਿਖਿਆ, ਕਈ ਥਾਂ 'ਤੇ ਆਨੰਦ ਲਿਖਿਆ। ਉਹ ਆਨੰਦ ਇਸ ਲਈ ਲਿਖਿਆ ਕਿ ਉੱਥੇ ਟਿੱਪੀ ਲਾਉਣ ਨਾਲ ਮਾਤਰਾ ਵੱਧ ਰਹੀ ਸੀ, ਇਸ ਲਈ ਗੁਰੂ ਨੇ ਮਾਤਰਾ ਨਹੀਂ ਲਾਈ, ਪਰ ਬੋਲਣਾ ਉਸ ਨੂੰ ਆਨੰਦ ਹੀ ਹੈ। ਕਈ ਥਾਂ 'ਤੇ ਕਸਮਲ ਲਿਖਿਆ, ਕਈ ਥਾਂ 'ਤੇ ਕਸਮਲ ਲਿਖਿਆ ਹੋਇਆ। ਅਸਲ ਸ਼ਬਦ ਹੈ ਕਸਮਲ, ਪਰ ਟਿੱਪੀ ਲਾਉਣ ਨਾਲ ਕਿਤੇ ਮਾਤਰਾ ਵੱਧ ਰਹੀ ਸੀ, ਇਸ ਲਈ ਉੱਥੇ ਮਾਤਰਾ ਉਹਨੇ ਨਹੀਂ ਲਾਈ। ਇਹ ਨਹੀਂ ਕਿ ਨਹੀਂ ਲਾਈ ਤੁਹਾਨੂੰ ਆਨੰਦ ਬੋਲੀ ਜਾਣਾ, ਹੈ ਆਨੰਦ ਹੀ। ਇਸ ਤਰ੍ਹਾਂ ਧਨ ਧਨ ਨਹੀਂ ਪੜ੍ਹਨਾ, ਧਨ ਧਨ ਦੋਨੋਂ ਹੀ ਧਨ ਨੇ, ਕਿਉਂਕਿ ਜੇ ਧਨ ਪੜ੍ਹਾਂਗੇ ਤਾਂ ਅਰਥ ਬਦਲ ਜਾਣਗੇ ਔਰ ਰੁਪਇਆ ਪੈਸਾ ਹੋ ਜਾਏਗਾ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ। ਉਹ ਸੰਗਤ, ਉਹ ਸਤ ਸੰਗਤ ਧਨ ਹੈ, ਧਨ ਹੈ ਜਿੱਥੋਂ ਹਰੀ ਰਸ ਪ੍ਰਾਪਤ ਹੋਇਆ। ਕਿਉਂਕਿ ਸਤ ਸੰਗਤ ਦੇ ਵਿੱਚ ਆ ਕੇ ਹੀ ਪ੍ਰੇਰਨਾ ਮਿਲਦੀ ਹੈ, ਸ਼ੌਕ ਪੈਦਾ ਹੁੰਦਾ।
ਸਤਸੰਗੀਆਂ ਨੂੰ ਮਨੁੱਖ ਦੀ ਆਦਤ ਹੈ, ਚਾਹੇ ਬੱਚਾ ਹੈ ਚਾਹੇ ਵੱਡਾ ਹੈ, ਇਹ ਨਕਲ ਕਰਕੇ ਸਿੱਖਦਾ ਹੈ। ਇਹ ਨਕਲ ਕਰਕੇ ਸਿੱਖਦਾ ਹੈ। ਹੁਣ ਜਿਨ੍ਹਾਂ ਦੇ ਨਾਲ ਇਹ ਰਹਿੰਦਾ ਹੈ, ਉਹ ਜੋ ਕਰਦੇ ਨੇ ਇਹ ਵੀ ਉਸ ਤਰ੍ਹਾਂ ਕਰਦਾ ਹੈ। ਜੋ ਸ਼ਰਾਬ ਪੀਂਦੇ ਨੇ ਉਹਨਾਂ ਦੇ ਨਾਲ ਰਹਿ ਰਹਿ ਕੇ ਇਹ ਵੀ ਹੌਲੀ ਹੌਲੀ ਸ਼ਰਾਬ ਪੀਣ ਲੱਗ ਜਾਏਗਾ। ਜੋ ਭਜਨ ਬੰਦਗੀ ਕਰਦੇ ਨੇ ਉਹਨਾਂ ਦੇ ਨਾਲ ਰਹਿ ਰਹਿ ਕੇ ਹੌਲੀ ਹੌਲੀ ਭਜਨ ਬੰਦਗੀ ਕਰਨ ਲੱਗ ਜਾਏਗਾ। ਇਹ ਨਕਲ ਤੋਂ ਸਿੱਖਦਾ। ਬੱਚਾ ਤਾਂ 90% ਸਿੱਖਦਾ ਹੀ ਨਕਲ ਤੋਂ ਹੈ। ਇੱਕ ਦੇ ਘਰ ਮੈਂ ਗਿਆ, ਹੱਥ ਧੋਤੇ ਮੈਂ, ਉਹ ਜੇ ਥੋੜ੍ਹੇ ਗਿੱਲੇ ਸਨ, ਉਹਨਾਂ ਕੋਲ ਬੱਚਾ ਸੀ, ਮੈਂ ਉਹਦੇ ਮੂੰਹ 'ਤੇ ਛਿੱਟੇ ਮਾਰਤੇ ਇਸ ਤਰ੍ਹਾਂ। ਅਗਲੇ ਦਿਨ ਉਹਨੇ ਕੀ ਕੀਤਾ, ਉਹਨੇ ਹੱਥ ਧੋਤੇ, ਮੇਰੇ ਛਿੱਟੇ ਮਾਰਤੇ। ਮੈਂ ਦੇਖੋ ਇਹਨੇ ਅਗਲੇ ਦਿਨ ਨਕਲ ਕੀਤੀ। ਉਹਨੂੰ ਇਹ ਨਹੀਂ ਪਤਾ ਵੀ ਬਾਬਾ ਜੀ ਕਿਸ ਭਾਵ ਨਾਲ ਛਿੱਟੇ ਮਾਰੇ। ਉਹਨੇ ਕਿਹਾ ਬਸ ਹਾਂ, ਹੱਥ ਧੋਣ ਤੋਂ ਬਾਅਦ ਛਿੱਟੇ ਮਾਰੀ ਦੇ ਨੇ। ਉਹਨੇ ਮੇਰੇ ਮੂੰਹ 'ਤੇ ਛਿੱਟੇ ਮਾਰਤੇ। ਸੋ ਬੱਚਾ ਤਾਂ ਨਕਲ ਨਾਲ ਸਿੱਖਦਾ ਹੈ। ਹੁਣ ਜੇ ਘਰ ਦੇ ਵਿੱਚ ਜੀ ਹੀ ਚੱਜਦੇ ਨਹੀਂ ਤਾਂ ਕਿਹਦੀ ਨਕਲ ਕਰੇਗਾ? ਗੱਲ ਤਾਂ ਆ ਨਾ ਜੀ, ਪਹਿਲੀ ਸਿੱਖਿਆ ਤਾਂ ਉਹਨੂੰ ਘਰ ਤੋਂ ਮਿਲਣੀ ਹੈ, ਦੂਜੀ ਸਿੱਖਿਆ ਫਿਰ ਉਹਨੂੰ ਸਕੂਲ ਤੋਂ ਮਿਲਦੀ ਹੈ, ਤੀਜੀ ਸਿੱਖਿਆ ਉਹਨੂੰ ਸਮਾਜ ਤੋਂ ਮਿਲਦੀ ਹੈ। ਸੋ ਪਹਿਲਾ ਉਹਦਾ ਘਰ, ਤਾਂ ਕਿ ਸਿਟੀਜ਼ਨਸ਼ਿਪ ਬਿਗਿਨਸ ਐਟ ਹੋਮ। ਨਾਗਰਿਕਤਾ ਘਰ ਤੋਂ ਸ਼ੁਰੂ ਹੁੰਦੀ ਹੈ। ਭਾਵ ਮਨੁੱਖ ਜੋ ਵੀ ਚੰਗਾ ਮੰਦਾ ਸਿੱਖਦਾ ਹੈ, ਪਹਿਲਾਂ ਮਾਂ ਪਿਓ ਭੈਣ ਭਰਾਵਾਂ ਤੋਂ, ਜੋ ਉਸ ਘਰ ਜੋ ਵੀ ਜੀ ਰਹੇ ਨੇ ਉਹਨਾਂ ਤੋਂ ਸਿੱਖਦਾ ਹੈ। ਇਸ ਲਈ ਜੇ ਅਸੀਂ ਚਾਹੁੰਦੇ ਹਾਂ ਸਾਡੇ ਬੱਚੇ ਵਧੀਆ ਹੋਣ, ਸਿਆਣੇ ਹੋਣ, ਆਗਿਆਕਾਰ ਹੋਣ, ਤਾਂ ਸਾਨੂੰ ਆਪਣੀ ਮਿਸਾਲ ਉਸ ਤਰ੍ਹਾਂ ਪੈਦਾ ਕਰਨੀ ਚਾਹੀਦੀ। ਜਿਵੇਂ ਇੱਕ ਪਰਿਵਾਰ ਨੇ ਮੈਨੂੰ ਦੱਸਿਆ, ਕਹਿੰਦੇ ਜੀ ਜਦੋਂ ਸਾਡਾ ਵਿਆਹ ਹੋਇਆ, ਸਾਡੇ ਬੱਚਾ ਹੋਇਆ, ਅਸੀਂ ਦੋਨਾਂ ਮੀਆਂ ਬੀਵੀ ਨੇ ਬੈਠ ਕੇ ਫੈਸਲਾ ਕਰ ਲਿਆ ਕਿ ਬੱਚਿਆਂ ਦੇ ਸਾਹਮਣੇ ਕਦੇ ਵੀ ਤੂੰ ਮੈਂ ਨਹੀਂ ਕਰਨੀ। ਚਾਹੇ ਕਦੀ ਮੈਂ ਬੋਲਾਂ ਤਾਂ ਤੁਸੀਂ ਚੁੱਪ ਕਰ ਰਹਿਣਾ, ਅਤੇ ਜੇ ਤੁਸੀਂ ਬੋਲੋ ਤਾਂ ਮੈਂ ਚੁੱਪ ਕਰ ਰਹਿਣਾ ਹੈ। ਬੱਚਿਆਂ ਦੇ ਸਾਹਮਣੇ ਤੂੰ ਮੈਂ ਨਹੀਂ ਕਰਨੀ, ਉਹਦਾ ਭੈੜਾ ਅਸਰ ਪੈਂਦਾ। ਅਤੇ ਕਹਿੰਦਾ ਸਾਡਾ ਰਿਕਾਰਡ ਹੈ, ਅਸੀਂ 50 ਸਾਲ ਤੋਂ ਉੱਪਰ ਟੱਪ ਗਏ ਉਮਰ ਦੇ, ਅਸੀਂ ਨਹੀਂ ਕੀਤੀ ਕਰ ਤੂੰ ਮੈਂ ਵੀ ਇਹਦਾ ਬੈਡ ਅਸਰ ਪੈ ਗਿਆ ਬੱਚੇ ਦੇ। ਉਹ ਵੀ ਅੱਗੋਂ ਬੋਲਣ ਦੀ ਆਦਤ ਪੈ ਜਾਏਗੀ ਉਹਨੂੰ। ਦੇਖੂਗਾ ਮੇਰੀ ਮਾਂ ਬੋਲਦੀ ਹੈ, ਉਹ ਵੀ ਲੱਗ ਜਾਏਗਾ ਬੋਲਣ, ਮੇਰਾ ਬਾਪ ਬੋਲਦਾ, ਉਹ ਲੱਗ ਜਾਏ ਬੋਲਣ ਵਾਸਤੇ। ਇਸ ਲਈ ਇਹ ਬੱਚੇ ਨੂੰ ਸਿਖਾਉਣ ਲਈ ਬੜਾ ਜ਼ਰੂਰੀ ਹੁੰਦਾ ਕਿ ਸਾਡਾ ਘਰ ਦਾ ਆਪਣਾ ਵਾਤਾਵਰਨ ਵਧੀਆ ਅਸੀਂ ਰੱਖੀਏ, ਉਹਨਾਂ ਲਈ ਨਮੂਨਾ ਬਣੀ, ਕਿਉਂਕਿ ਉਹਨਾਂ ਦੀ ਨਕਲ ਕਰਨੀ ਹੈ। ਹੁਣ ਜਿਵੇਂ ਡਰਾਇੰਗ 'ਚ ਸਿਖਾਉਂਦੇ ਨੇ, ਸਾਹਮਣੇ ਮਾਡਲ ਰੱਖਦੇ ਨੇ, ਟੇਬਲ 'ਤੇ ਜੱਗ ਰੱਖਦਾ, ਬਣਾਓ ਬਈ, ਬਣਾਓ, ਇਹਨੂੰ ਵੇਖ ਕੇ ਬਣਾਓ, ਵੇਖ ਕੇ ਨਕਲ ਹੀ ਕਰਨੀ ਹੈ ਨਾ। ਸੋ ਇਸ ਲਈ ਗੁਰੂ ਮਹਾਰਾਜ ਕਹਿੰਦੇ, ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ। ਉਹ ਸਤ ਸੰਗਤ ਧੰਨ ਹੈ ਜਿਸ ਤੋਂ ਹਰੀ ਰਸ ਪ੍ਰਾਪਤ ਹੋਇਆ ਹੈ। ਮਿਲ ਜਨ ਨਾਨਕ ਨਾਮ ਪ੍ਰਗਾਸ। ਅਤੇ ਫਿਰ ਪਰਮਾਤਮਾ ਦੇ ਜਿਹੜੇ ਜਨ ਨੇ ਉਹਨਾਂ ਨੂੰ ਮਿਲ ਕੇ ਅੰਦਰ ਨਾਮ ਦਾ ਪ੍ਰਕਾਸ਼ ਹੋ ਗਿਆ। ਨਾਮ ਆਪਣੇ ਆਪ 'ਚ ਚਾਨਣ ਹੈ, ਨਾਮ ਦਾ ਪ੍ਰਕਾਸ਼ ਹੁੰਦਾ, ਮਨੁੱਖ ਗਿਆਨਵਾਨ ਹੋ ਜਾਂਦਾ ਹੈ। ਇਹ ਸਾਰਾ ਸਤ ਸੰਗਤ ਦੀ ਕਿਰਪਾ ਹੈ, ਕਿਉਂਕਿ ਸਤਸੰਗ 'ਚ ਆਪਾਂ ਬਾਣੀ ਆ ਕੇ ਸੁਣੀ, ਕੀਰਤਨ ਸੁਣਿਆ, ਕਥਾ ਵਾਰਤਾ ਸੁਣੀ, ਆਪਸ 'ਚ ਵਿਚਾਰ ਚਰਚਾ ਹੋਈ, ਵਿਚਾਰ ਗੋਸ਼ਟੀ ਹੋਈ। ਇਸ ਤਰ੍ਹਾਂ ਮਨੁੱਖ ਫਿਰ ਸਿੱਖਦਾ ਹੈ, ਉਹਦੇ ਅੰਦਰ ਫਿਰ ਨਾਮ ਦਾ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਅੱਗੇ ਕਹਿੰਦੇ ਰਾਗ ਗੂਜਰੀ ਮਹਿਲਾ ਪੰਜਵਾਂ। ਇਹਨੂੰ ਮਹੱਲਾ ਪੰਜਵਾਂ ਵੀ ਕਹਿੰਦੇ। ਗੁਰਬਾਣੀ ਦੇ ਨਿਯਮਾਂ ਅਨੁਸਾਰ ਇਹਦਾ ਉਚਾਰਨ ਹੈ ਮਹਿਲਾ। ਹਾਹੇ ਤੋਂ ਪਹਿਲਾ ਅੱਖਰ ਮੰਮਾ ਮੁਕਤਾ ਹੈ, ਅਤੇ ਇਹ ਨਿਯਮ ਹੈ ਕਿ ਹਾਹੇ ਤੋਂ ਪਹਿਲਾ ਅੱਖਰ ਜੇ ਮੁਕਤਾ ਹੋਵੇ ਉਸ ਨੂੰ ਦਿਲਾਵਾਂ ਲੱਗ ਕੇ ਬੋਲਦਾ ਹੈ। ਮਹਿਲਾ ਪੰਜਵਾਂ। ਪੰਜਵੇਂ ਗੁਰੂ ਦੀ ਬਾਣੀ ਹੈ ਅਤੇ ਰਾਗ ਹੈ ਗੁਜਰੀ। ਕਾਹੇ ਰੇ ਮਨ ਚਿਤਵੇਂ ਉਦਮ। ਹੁਣ ਮਨ ਦੇ ਨਾਲ ਗੱਲ ਹੋ ਰਹੀ ਹੈ।
ਜਦੋਂ ਕਿਸੇ ਨਾਲ ਗੱਲ ਹੋ ਰਹੀ ਹੋਵੇ ਤਾਂ ਅੱਗੇ ਜਿਹੜੀ ਕਿਰਿਆ ਹੁੰਦੀ ਉਹਨੂੰ ਨੱਕ ਰਾਹੀਂ ਬੋਲਦੇ ਨੇ। ਇਹਨੂੰ ਚਿੱਤ ਵਹਿ ਨਹੀਂ ਪੜ੍ਹਨਾ। ਚਿੱਤ ਵਹਿ, ਚਿੱਤ ਵਹਿ ਦਾ ਮਤਲਬ ਚਿਤਵਦਾ ਹੈ, ਸੋਚਦਾ ਹੈ, ਚਿੰਤਾ ਕਰਦਾ ਹੈ। ਚਿੱਤ ਵਹਿ, ਚਿੰਤਾ ਕਰਦਾ ਹੈ। ਕਾਹੇ ਰੇ ਮਨ ਚਿੱਤ ਵਹਿ ਉਦਮ, ਜਾਂ ਆਹਰ ਹਰ ਜੀਉ ਪਰਿਆ। ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜ਼ਕ ਆਗੇ ਕਰ ਧਰਿਆ। ਇਹਨੂੰ ਤਾਂ ਕਾ ਨਹੀਂ ਪੜ੍ਹਨਾ, ਬਹੁਤ ਸਾਰੇ ਪਾਠੀ ਪੜ੍ਹੇ ਤਾਂ ਕਾ। ਇਹ ਹਿੰਦੀ ਦੇ ਦੋਨੋਂ ਸ਼ਬਦ ਨੇ। ਤਾ ਕਾ ਦਾ ਮਤਲਬ ਉਸ ਦਾ। ਤਾ ਮੈਨੇ ਉਸ, ਕਾ ਮੈਨੇ ਦਾ। ਰਿਜ਼ਕ ਅੱਗੇ ਫਾਰਸੀ ਦਾ ਸ਼ਬਦ ਹੈ। ਜੱਜੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਨਾ। ਅਸਲ ਸ਼ਬਦ ਹੈ ਫਾਰਸੀ ਦਾ ਰਿਜ਼ਕ, ਖੱਖੇ ਨਾਲ। ਪੰਜਾਬੀ 'ਚ ਗੁਰਬਾਣੀ 'ਚ ਆ ਕੇ ਖੱਖਾ ਕੱਕੇ 'ਚ ਬਦਲ ਗਿਆ, ਇਸ ਲਈ ਰਿਜ਼ਕ। ਜਿਵੇਂ ਦੋਜ਼ਖ, ਦੋਜ਼ਖ ਤੋਂ ਦੋਜ਼ਕਾ ਬਣ ਗਿਆ, ਇਸ ਤਰ੍ਹਾਂ ਰਿਜ਼ਕ ਹੈ। ਜੱਜੇ ਦੇ ਪੈਰ 'ਚ ਬਿੰਦੀ ਲਾ ਕੇ ਬੋਲਣਾ ਹੈ। ਸੈਲ ਪੱਥਰ ਮਹਿ ਜੰਤ ਉਪਾਏ। ਹੁਣ ਮੰਨ ਲਓ ਕਿਸੇ ਨੂੰ ਨਿਯਮ ਨਹੀਂ ਆਉਂਦੇ ਤਾਂ ਉਹ ਮੰਮਾ ਹਾਹੇ ਨੂੰ ਸਿਆਰੀ ਮਹੇ ਪੜ੍ਹ ਦੇਗਾ। ਸੈਲ ਪੱਥਰ ਮਹੇ ਜੰਤ ਉਪਾਏ। ਇੱਕ ਮੈਨੂੰ ਕਹਿੰਦਾ ਜੀ ਇਹ ਤਾਂ ਮਹੇ ਹੋਣਾ ਚਾਹੀਦਾ। ਮੈਂ ਹੋਣਾ ਤਾਂ ਬੜਾ ਕੋਈ ਚਾਹੀਦਾ। ਜਿਹਨੂੰ ਵਿਆਕਰਨ ਹੁੰਦਾ ਇਹਨੂੰ ਮਹੇ ਪੜ੍ਹ ਸਕਦਾ। ਉਹ ਪੜ੍ਹ ਤਾਂ ਠੀਕ ਵੀ ਹੈ, ਮੰਮਾ ਹਾਹੇ ਨੂੰ ਸਿਆਰੀ ਮਹੇ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਟੀਚਰ ਉਹਨੂੰ ਕਹੂਗਾ ਕਾਕਾ ਮਹੇ ਨਹੀਂ ਹੁੰਦਾ, ਹਾਹੇ ਤੋਂ ਪਹਿਲਾ ਅੱਖਰ ਹੈਗਾ ਮੰਮਾ ਮੁਗਤਾ। ਇਹਨੂੰ ਲੱਗਣਗੀਆਂ ਦੁਲਾਵਾਂ। ਜਦੋਂ ਉਹਨੂੰ ਦੁਲਾਵਾਂ ਲੱਗ ਜਾਣਗੀਆਂ, ਹਾਹੇ ਦੀ ਸਿਆਰੀ ਆਪਣੇ ਆਪ ਖਤਮ ਹੋ ਜਾਏਗੀ ਅਤੇ ਹੁਣ ਰਹਿ ਗਿਆ ਮੈਂ। ਮੰਮਾ ਨਾ ਕਰੀ ਬੋਲੋਗੇ, ਇਸ ਲਈ ਮੈਂ ਹੋ ਗਿਆ। ਇਹ ਮਹੇ ਨਹੀਂ, ਮਹਿ ਪੜ੍ਹਨਾ। ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜ਼ਕ। ਜੱਜੇ ਦੇ ਪੈਰ ਬਿੰਦੀ ਲਾ ਕੇ ਪੜ੍ਹਨਾ। ਫਾਰਸੀ ਦਾ ਸ਼ਬਦ ਹੈ। ਜਿਸ ਜ਼ਬਾਨ ਦਾ ਸ਼ਬਦ ਹੋਵੇ ਉਸੇ ਜ਼ਬਾਨ ਅਨੁਸਾਰ ਪੜ੍ਹਨਾ ਚਾਹੀਦਾ ਹੈ। ਤਾ ਕਾ ਰਿਜ਼ਕ ਆਗੇ ਕਰ ਧਰਿਆ। ਜਿਵੇਂ ਤਾ ਕਾ ਹਿੰਦੀ ਦਾ ਸ਼ਬਦ ਹੈ ਤਾਂ ਫਿਰ ਹਿੰਦੀ ਜਦੋਂ ਚੱਲ ਰਿਹਾ ਤਾ ਕਾ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ। ਸੂਕੇ ਕਾਸ਼ਟ ਹਰਿਆ। ਕਾਸ਼ਟ ਹਿੰਦੀ ਦਾ ਸ਼ਬਦ ਹੈ। ਉਹ ਹਿੰਦੀ ਦੇ ਵਿੱਚ ਨਾ ਜੀ ਜਿਵੇਂ ਪੱਪਾ ਹੁੰਦਾ ਹੈ ਅਤੇ ਵਿੱਚੋਂ ਢਿੱਡ ਪਾੜਿਆ ਹੁੰਦਾ ਹੈ, ਉਸ ਤਰ੍ਹਾਂ ਅੱਧਾ ਹੁੰਦਾ ਉਹ। ਇਹ ਅੱਧਾ ਸ਼ਸ਼ਾ ਹਿੰਦੀ ਦੇ ਵਿੱਚ ਕੱਕੇ ਨੂੰ ਕੰਨਾ, ਅੱਧਾ ਸ਼ਸ਼ਾ ਅਤੇ ਟੈਂਕਾ ਹੈਗੇ। ਇਸ ਲਈ ਇਹਨੂੰ ਕਾਸਟ ਨਹੀਂ ਪੜ੍ਹਨਾ। ਹਿੰਦੀ ਦਾ ਸ਼ਬਦ ਹੈ ਕਾਸ਼ਟ। ਕਾਸ਼ਟ ਹੁੰਦੀ ਹੈ ਲੱਕੜੀ। ਸੂਕੇ ਕਾਸ਼ਟ ਹਰਿਆ। ਗੁਰੂ ਮਹਾਰਾਜ ਕਹਿੰਦੇ ਕਾਹੇ ਰੇ ਮਨ ਚਿਤਵੇਂ ਉਦਮ। ਹੇ ਮਨਾ ਤੂੰ ਉਦਮ ਕਰਨ ਦੀ ਚਿੰਤਾ ਕਿਉਂ ਕਰਦਾ ਹੈ? ਸਾਨੂੰ ਹੁਕਮ ਹੈ ਮਿਹਨਤ ਕਰਨ ਦਾ, ਉਦਮ ਕਰਨ ਦਾ, ਚਿੰਤਾ ਕਰਨ ਦਾ ਨਹੀਂ। ਮੇਰੇ ਨਾਲ ਇੱਕ ਵਧੀਆ ਸਾਥੀ ਹੁੰਦਾ ਸੀ, ਮੇਰਾ ਦੋਸਤ। 11ਵੀਂ ਤੋਂ 14ਵੀਂ ਤੱਕ ਅਸੀਂ ਇਕੱਠੇ ਪੜ੍ਹੇ। ਉਹਨੂੰ ਜਦੋਂ ਇਮਤਿਹਾਨ ਆਉਣੇ ਨਾ, ਇੱਕ ਹਫ਼ਤਾ ਪਹਿਲਾਂ ਉਹਨੂੰ ਜਿਹੜਾ ਹੈ ਬੁਖਾਰ ਚੜ੍ਹ ਜਾਣਾ, ਟੱਟੀਆਂ ਲੱਗ ਜਾਣੀਆਂ ਉਹਨੂੰ। ਮੈਂ ਡਾਕਟਰ ਕੋਲ ਲੈ ਜਾਣਾ, ਮੈਨੂੰ ਤਾਂ ਪਤਾ ਹੀ ਸੀ। ਡਾਕਟਰ ਕਹਿੰਦਾ ਨਾ ਇਹਨੂੰ ਐਗਜ਼ਾਮੀਨੇਸ਼ਨ ਫੀਵਰ ਹੋ ਗਿਆ, ਵੀ ਇਮਤਿਹਾਨਾਂ ਕਰਕੇ ਨਾ ਚਿੰਤਾ ਕਰਦੇ, ਇਸ ਕਰਕੇ ਬੁਖਾਰ ਹੋ ਗਿਆ। ਕਹਿੰਦੇ ਕੋਈ ਗੱਲ ਨਹੀਂ, ਦਵਾਈ ਲੈ ਜਾਓ, ਪਹਿਲਾ ਪੇਪਰ ਹੋ ਜਾਣ ਤੋਂ ਬਾਅਦ ਇਹਦਾ ਬੁਖਾਰ ਆਪਣੇ ਆਪ ਉਤਰ ਜਾਏਗਾ। ਉਹੀ ਗੱਲ ਹੋਣੀ। ਮੈਂ ਉਹਨੂੰ ਕਹਿਣਾ ਵੀ ਦੇਖ, ਜਦੋਂ ਆਪਾਂ ਮਿਹਨਤ ਕਰਦੇ ਹਾਂ ਫਿਰ ਤੂੰ ਕਿਉਂ ਸ਼ੰਕਾ ਕਰਦਾ ਵੀ ਕਿਤੇ ਫੇਲ ਨਾ ਹੋ ਜਾਈਏ? ਮਿਹਨਤ ਕਰਨ ਵਾਲਾ ਵੀ ਕਦੇ ਫੇਲ ਹੋਇਆ? ਮਿਹਨਤ ਕਰਨ ਵਾਲਾ ਤਾਂ ਉਦੋਂ ਫੇਲ ਹੁੰਦਾ ਬਾਈ ਚਾਂਸ ਇਮਤਿਹਾਨਾਂ ਦੇ ਵਿੱਚ ਉਹ ਬਿਮਾਰ ਹੋ ਗਿਆ ਜਾਂ ਕੋਈ ਦੁਰਘਟਨਾ ਹੋ ਗਈ। ਉਂਝ ਕਿ ਫੇਲ ਹੋ ਜਾਏਗਾ? ਫਿਰ ਮਿਹਨਤੀ ਬੱਚੇ ਨਹੀਂ ਫੇਲ ਹੋਇਆ ਕਰਦੇ। ਮੈਂ ਆਪਾਂ ਮਿਹਨਤ ਕਰਦੇ ਹਾਂ। ਕਾਲਜ ਵਾਲੇ ਤਾਂ ਠੀਕ ਹੈ, ਕਾਲਜ ਵਾਲੇ ਤਾਂ ਅਗਸਤ ਤੋਂ ਜਾ ਕੇ ਪੜ੍ਹਨਾ ਸ਼ੁਰੂ ਕਰਦੇ ਨੇ। ਮੈਂ ਪ੍ਰਾਈਵੇਟ ਪੜ੍ਹਦਾ, ਆਪਾਂ ਅਪ੍ਰੈਲ ਤੋਂ ਪੜ੍ਹਨਾ ਸ਼ੁਰੂ ਕਰ ਦਿੰਦੇ। ਹੁਣ ਇੱਕ ਬੱਚਾ ਅਪ੍ਰੈਲ ਤੋਂ ਪੜ੍ਹਨ ਲੱਗਾ, ਉਹ 1 ਅਗਸਤ ਤੋਂ ਪੜ੍ਹ ਲਏਗਾ। ਉਹ ਸਾਡੇ ਨਾਲ ਕਿਵੇਂ ਮਿਲ ਜਾਣਗੇ? ਉਹਨੇ 'ਚ ਅਸੀਂ ਇੱਕ ਵਾਰੀ ਸਾਰਾ ਸਿਲੇਬਸ ਪੜ੍ਹਦੇ ਨੇ। ਪਰ ਨਹੀਂ, ਉਹ ਹਰ ਸਾਲ ਇਹੀ ਉਧਰ ਰਿਹਾ ਕਰਦਾ ਸੀ।
ਬਸ ਮੈਨੂੰ ਹੋਰ ਕੋਈ ਨਹੀਂ ਸੀ, ਮੈਂ ਸਿੱਧਾ ਡਾਕਟਰ ਕੋਲ ਲੈ ਜਾਣਾ, ਕੋਈ ਦਵਾਈ ਦੇਣੀ, ਬਾਕੀ ਕਹਿੰਦੇ ਕੋਈ ਨਹੀਂ ਜੀ ਹੁਣ ਪਹਿਲੇ ਪੇਪਰ 'ਤੇ ਬੈਠ ਠੀਕ ਹੈ। ਇਹ ਹੈ ਚਿੰਤਾ ਕਰਨਾ। ਸਾਨੂੰ ਉੱਦਮ ਕਰਨ ਦਾ ਹੁਕਮ ਹੈ। ਉੱਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਜ, ਧਿਆਇਂਦਿਆਂ ਤੂੰ ਪ੍ਰਭੂ ਮਿਲ, ਨਾਨਕ ਉਤਰੀ ਚਿੰਤ। ਉੱਦਮ ਕਰਨ ਦੇ ਸਾਨੂੰ, ਉੱਦਮ ਕਰਨਾ। ਅਸੀਂ ਵਿਦਿਆਰਥੀ ਹੈ, ਉਹਨੇ ਪੜ੍ਹਨਾ, ਚਿੰਤਾ ਨਹੀਂ ਕਰਨੀ, ਚਿੰਤਾ ਨਹੀਂ ਕਰੀ ਦੀ ਹੁੰਦੀ। ਉੱਦਮ ਕਰੀਦਾ, ਮਿਹਨਤ ਕਰੀਦਾ, ਬਸ ਆਪੇ ਪਰਮਾਤਮਾ ਫਲ ਲੈ ਕੇ। ਨਾਲ ਭਜਨ ਬੰਦਗੀ ਕਰੋ। ਜਿਹੜਾ ਬੰਦਾ ਨਾਲ ਪਾਠ ਕਰਦਾ ਅਤੇ ਮਿਹਨਤ ਕਰਦਾ, ਪਰਮਾਤਮਾ ਬਰਕਤ ਪਾਉਂਦਾ, ਉਹਦੀ ਮਿਹਨਤ ਦੇ ਵਿੱਚ ਬਰਕਤ ਪਾਉਂਦਾ। ਤੁਸੀਂ ਕਹੋ ਕਿਵੇਂ ਜੀ? ਜੋ ਪ੍ਰਸ਼ਨ ਉਹਨੇ ਚੰਗੀ ਤਰ੍ਹਾਂ ਤਿਆਰ ਕੀਤੇ ਸਨ ਇਮਤਿਹਾਨ 'ਚ, ਉਹੀ ਆ ਜਾਂਦੇ ਨੇ। ਜੇ ਹੋਵੇ ਬਦਕਿਸਮਤੀ, ਅਤੇ ਕਈ ਵਾਰੀ ਜਿਹੜੇ ਆਪਾਂ ਚੰਗੀ ਤਰ੍ਹਾਂ ਨਹੀਂ ਤਿਆਰ ਕੀਤੇ ਹੁੰਦੇ, ਉਹ ਪੇਪਰ 'ਚ ਜ਼ਿਆਦਾ ਆ ਜਾਂਦੇ ਨੇ। ਭਜਨ ਬੰਦਗੀ ਦਾ ਇਹ ਫਾਇਦਾ ਹੈ, ਪਰਮਾਤਮਾ ਨੇ ਅੰਦਰ ਖਾਤੇ ਤੁਹਾਨੂੰ ਕਹੀ ਜਾਣਾ ਵੀ ਆਹ ਵੀ ਇੰਪੋਰਟੈਂਟ ਹੈ, ਆਹ ਵੀ ਇੰਪੋਰਟੈਂਟ ਹੈ, ਆਹ ਵੀ ਇੰਪੋਰਟੈਂਟ ਹੈ। ਸੀ ਉਹ ਇੰਪੋਰਟੈਂਟ ਕਹਿ ਕਰਕੇ ਯਾਦ ਕਰ ਲਓ, ਉਸ 'ਚ ਪੇਪਰ ਆ ਜਾਏਗਾ, ਉਸ 'ਚ ਪੇਪਰ ਹੈ। ਆਹ ਹੈ ਬਰਕਤ ਪਾਉਣਾ। ਦੂਜੀ ਮੈਂ ਆਪ ਦੇਖੀ ਬਰਕਤ। ਸਾਡਾ ਜਦ ਮੈਂ JBD ਕਰਦਾ ਸੀ, ਸਾਡਾ ਜਿਹੜਾ ਪ੍ਰੋਫੈਸਰ ਸੀ ਉਹਦੇ ਕੋਲ ਪੇਪਰ ਦੇਖਣ ਨੂੰ ਆ ਗਏ ਪੰਜਾਬੀ 'ਤੇ। ਉਹ ਨਾ ਟੋਟਲ ਉਹਨਾਂ ਕਰ ਲਿਆ, ਟੋਟਲ ਹੋਇਆ 28, ਲਾਉਣ ਲੱਗੇ ਸੀ ਬਾਹਰ 28 ਨੰਬਰ, ਇੰਨੇ ਚਿਰ ਮੈਂ ਪਹੁੰਚ ਗਿਆ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਹਾਂ ਮੈਂ ਉਹ ਦੇਖੀ ਕਾਪੀ ਉਹਦੀ, ਮੈਂ ਸਰ ਜੀ ਕਿੰਨੀ ਵਧੀਆ ਲਿਖਾਈ ਹੈ। ਕਹਿੰਦੇ ਹਾਂ ਲਿਖਾਈ ਤਾਂ ਕਾਕਾ ਬਹੁਤ ਵਧੀਆ। ਕਹਿੰਦੇ ਚੱਲ ਯਾਰ ਇਹਨੂੰ ਪਾਸ ਹੀ ਕਰ ਦਿੰਦੇ, ਕਿਤੋਂ ਅੱਧਾ ਵਧਾ, ਕਿਤੋਂ ਕੁਛ ਕਰਦੇ 33 ਕਰਦੇ, 28 ਤੋਂ 33। ਫਿਰ ਆਪ ਹੀ ਕਹਿੰਦੇ ਯਾਰ 33 ਤਾਂ ਨਾ ਡਾਊਟ ਹੋ ਜਾਏਗਾ ਵੀ ਇਹਨੂੰ ਜਾਣ ਕੇ ਪਾਸ ਕੀਤਾ, ਆਪਾਂ 34 ਕਰ ਦਿੰਦੇ। 28 ਨੰਬਰ ਲੈਂਦਾ 34 'ਤੇ ਆ ਗਏ। ਕਿਉਂ? ਹੋ ਸਕਦਾ ਉਹਦੀ ਮਾਂ ਪਾਠ ਕਰ ਰਹੀ ਹੋਵੇ, ਉਹਨੇ ਕਿਹਾ ਨਾ ਵੀ ਮਾਂ ਮੇਰਾ ਤਾਂ ਪੇਪਰ ਨਹੀਂ ਚੰਗਾ ਹੋਇਆ, ਉਸਦਾ ਮਾਂ ਪਾਠ ਕਰ ਰਹੀ ਹੋਵੇ। ਪਰਮਾਤਮਾ ਨੇ ਹੁਣ ਸਬੱਬ 'ਤੇ ਕੋਈ ਬਣਾਉਣਾ ਸੀ ਨਾ, ਪਰਮਾਤਮਾ ਨੇ ਉਸੇ ਵੇਲੇ ਮੈਨੂੰ ਭੇਜਤਾ ਅਤੇ ਮੇਰੇ ਮੂੰਹੋਂ ਕਹਿਲਵਾਤਾ ਵੀ ਸਰ ਜੀ ਲਿਖਾਈ ਤਾਂ ਬੜੀ ਵਧੀਆ। ਦੱਸ, ਉਹ 28 ਲੈਂਦਾ 34 ਲੈ ਗਿਆ। ਇਸ ਲਈ ਪਾਠ ਵੀ ਕਰੋ ਨਾਲ ਅਤੇ ਆਪਣੀ ਮਿਹਨਤ ਵੀ ਕਰੋ, ਚਿੰਤਾ ਨਹੀਂ ਕਰੀ ਦਿੰਦੀ। ਕਾਹੇ ਰੇ ਮਨ ਚਿੱਤ ਮਹਿ ਉਦਮ, ਜਾਂ ਆਹਰ ਹਰ ਜੀਉ ਭਰਿਆ। ਆਹਰ ਹੁੰਦਾ ਕੰਮ, ਅਲਗੇ ਕਿਹੜੇ ਆਰੇ ਲੱਗੇ ਬਈ। ਕਈ ਵਾਰੀ ਆਪਾਂ ਕੋਈ ਕੰਮ ਕਰ ਰਹੇ ਹਾਂ, ਦਿਸ ਵੀ ਰਿਹਾ ਅਗਲੇ ਨੂੰ। ਅਕਬਰ ਅਤੇ ਬੀਰਬਲ ਦੀ ਇੱਕ ਵਾਰੀ ਗੱਲ ਹੋ ਗਈ, ਕੋਈ ਗੱਲ ਹੋ ਗਈ। ਅਕਬਰ ਕਹਿੰਦਾ ਵੀ ਬੀਰਬਲ ਪਤਾ ਕਰੋ ਦੇਸ਼ 'ਚ ਕਿੰਨੇ ਅੰਨੇ ਨੇ। ਕਹਿੰਦੇ ਜੀ ਸਾਰੇ ਹੀ ਅੰਨੇ ਨੇ। ਕਹਿੰਦੇ ਯਾਰ ਕਮਾਲ ਦਾ ਬੰਦਾ ਤੂੰ, ਤੈਨੂੰ ਵੀ ਦਿਸ ਰਿਹਾ ਮੈਨੂੰ ਵੀ ਦਿਸ ਰਿਹਾ। ਨਾ ਜੀ ਕਹਿੰਦੇ ਸਾਰੇ ਹੀ ਅੰਨੇ ਨੇ। ਕਹਿੰਦੇ ਮੈਂ ਅੰਨਾ? ਹਾਂ ਕਹਿੰਦੇ ਅੰਨੇ ਹੋ ਜੀ ਤੁਸੀਂ। ਕਹਿੰਦੇ ਮੈਨੂੰ ਨਾ 2 ਮਹੀਨੇ ਦੇ ਦਿਓ, ਮੈਂ ਸਿੱਧ ਕਰ ਦਾਂਗਾ ਤੁਸੀਂ ਅੰਨੇ ਹੋ। ਕਹਿ ਦਿੱਤੇ ਬਈ। ਚਲੋ ਸਮਾਂ ਲੰਘਦਾ ਗਿਆ, ਮੁੜ ਕੇ ਅਕਬਰ ਨੇ ਪੁੱਛਿਆ ਨਹੀਂ, ਭੁੱਲ ਭੁਲਾ ਗਿਆ, ਰਾਜ ਦੇ ਕੰਮ ਇਹਨੇ ਤੁੰਦੇ ਹੈ। ਇੱਕ ਦਿਨ ਬੀਰਬਲ ਨਾ ਚੌਂਕ 'ਚ ਬਹਿ ਕੇ ਜੁੱਤੀਆਂ ਗੰਢਣ ਲੱਗ ਗਿਆ। ਅਕਬਰ ਨੇ ਉੱਥੋਂ ਹੀ ਲੰਘਣਾ ਸੀ। ਅਕਬਰ ਵੇਖ ਕੇ ਉਹ ਬੀਰਬਲ ਕੀ ਕਰ ਰਿਹਾ? ਕਹਿੰਦਾ ਦੇਖੋ ਜੀ ਤੁਹਾਨੂੰ ਦੱਸਣਾ ਜੁੱਤੀਆਂ ਗੰਢ ਰਹੇ, ਇਸ ਤੁਸੀਂ ਅੰਨੇ ਹੋ ਨਾ। ਜੇ ਤੁਹਾਨੂੰ ਦਿਸਦਾ ਹੁੰਦਾ ਤੁਸੀਂ ਇਹ ਕਹਿੰਦੇ ਬੀਰਬਲ ਜੁੱਤੀਆਂ ਕਿਉਂ ਗੰਢ ਰਹੇ? ਤੁਸੀਂ ਇਹ ਪੁੱਛਿਆ ਬੀਰਬਲ ਕੀ ਕਰ ਰਹੇ? ਤੁਹਾਨੂੰ ਇਹਦਾ ਮਨ ਨਹੀਂ ਦਿਸ ਰਿਹਾ, ਤੁਸੀਂ ਅੰਨੇ ਹੋ। ਇਸ ਲਈ ਕਹਿੰਦੇ ਰਾਜਨ ਸਾਰੇ ਅੰਨੇ ਨੇ। ਇਸ ਲਈ ਗੁਰੂ ਮਹਾਰਾਜ ਕਹਿੰਦੇ ਜਾਂ ਆਹਰ ਹਰ ਜੀਉ ਭਰਿਆ। ਆਹਰ ਬਣੇ ਕੰਮ। ਆਪਾਂ ਕੋਈ ਕੰਮ ਕਰ ਰਹੇ ਹਾਂ, ਜਿਹੜਾ ਕੋਈ ਆਊਗਾ ਬਾਹਰੋਂ, ਉਹ ਕੀ ਕੰਮ ਕਰ ਰਹੇ ਹੋ? ਮੈਂ ਲਿਖ ਰਿਹਾ, ਮੰਨ ਲਓ ਬਾਬਾ ਜੀ ਕੀ ਕਰ ਰਹੇ ਹੋ ਜੀ? ਨਾਲ ਚੰਗਾ ਪਤਾ ਕੋਲ ਪੈਨ ਹੈ ਕਾਪੀ ਹੈ, ਲਿਖ ਰਿਹਾ। ਫਿਰ ਬਾਬਾ ਜੀ ਕੀ ਕਰ ਰਹੇ ਹੋ ਜੀ? ਸੋ ਇਸ ਲਈ ਕਹਿੰਦੇ ਕਿਉਂ ਉਦਮ ਕਰਨ ਦੀ ਚਿੰਤਾ ਕਰਦਾ ਹੈ? ਜਾਂ ਆਹਰ ਹਰ ਜੀਉ ਭਰਿਆ। ਜਿਹੜਾ ਕੰਮ ਤੂੰ ਕਰਨਾ ਸੀ ਨਾ, ਜਿਹਦੀ ਤੂੰ ਚਿੰਤਾ ਕਰੇ, ਉਸ ਕੰਮ 'ਤੇ ਪਰਮਾਤਮਾ ਲੱਗਿਆ ਹੋਇਆ ਹੈ। ਮੈਂ ਦੇਖਿਆ ਸਭ ਤੋਂ ਵੱਡੀ ਚਿੰਤਾ ਮਨੁੱਖ ਨੂੰ ਰੋਟੀ ਪਾਣੀ ਦੀ ਹੈ। ਆ ਜਦੋਂ ਲੋਕਡਾਊਨ ਸ਼ੁਰੂ ਹੋਇਆ,
ਲੱਖਾਂ ਮਜ਼ਦੂਰ ਜਿਹੜੇ ਨੇ ਪੰਜਾਬ 'ਚੋਂ ਆਪਣੀਆਂ ਸਟੇਟਾਂ ਨੂੰ ਮੁੜ ਗਏ ਸਿਰਫ ਇਸ ਲਈ ਕਿ ਪਤਾ ਨਹੀਂ ਕੱਲ੍ਹ ਨੂੰ ਰੋਟੀ ਮਿਲੇਗੀ ਕਿ ਨਹੀਂ ਮਿਲੇਗੀ। ਹਾਲਾਂਕਿ ਮਕਾਨ ਮਾਲਕ ਉਹਨਾਂ ਨੇ ਜਵਾਬ ਨਹੀਂ ਦਿੱਤਾ ਮੇਰਾ ਘਰ ਖਾਲੀ ਕਰੋ। ਨੋ, ਕੱਪੜੇ ਵੀ ਉਹਨਾਂ ਕੋਲ ਹੈਗੇ ਸੀ 2-4 ਮਹੀਨੇ ਦੇ, ਵੀ ਕੱਪੜਾ ਕੋਈ ਨਹੀਂ ਸਿਰਿਆ। ਸਿਰਫ ਉਹਨਾਂ ਨੂੰ ਰੋਟੀ ਦੀ ਚਿੰਤਾ ਹੋ ਗਈ ਵੀ ਪਤਾ ਨਹੀਂ ਕੱਲ੍ਹ ਨੂੰ ਰੋਟੀ ਮਿਲੇਗੀ ਕਿ ਨਹੀਂ। ਵੀ ਸਭ ਤੋਂ ਵੱਡੀ ਚਿੰਤਾ ਮਨੁੱਖ ਨੂੰ ਰੋਟੀ ਦੀ ਹੈ, ਰੋਟੀ ਦੀ ਚਿੰਤਾ। ਅਤੇ ਗੁਰਬਾਣੀ ਕਹਿੰਦੇ ਕਾਹੇ ਰੇ ਮਨ ਚਿੱਤ ਮਹਿ ਉਦਮ ਜਾਂ ਆਹਰ ਹਰ ਜੀਉ ਪਰਿਆ। ਕਹਿੰਦੇ ਤੈਨੂੰ ਵੀ ਰੋਟੀ ਦਾ ਫਿਕਰ ਹੈ ਨਾ, ਰੋਟੀ ਲਈ ਤੂੰ ਕਹਿੰਦੇ ਉਦਮ ਤਾਂ ਭਾਵੇਂ ਕਰ ਪਰ ਚਿੰਤਾ ਨਾ ਕਰ, ਕਿਉਂਕਿ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ। ਚਿੰਤਾ ਤਾਂ ਰੱਬ ਨੂੰ ਹੈ ਜਿਹਨੇ ਸਾਨੂੰ ਪੈਦਾ ਕੀਤਾ ਹੈ, ਪਰ ਸਾਨੂੰ ਇਸ ਗੱਲ 'ਤੇ ਵਿਸ਼ਵਾਸ ਨਹੀਂ ਹੁੰਦਾ ਸੀਗਾ ਸਾਨੂੰ ਸਾਡੇ ਮਾਂ ਪਿਓ ਨੇ ਪੈਦਾ ਕੀਤਾ। ਸਮੱਸਿਆ ਤਾਂ ਆਹ ਹੈ, ਰੱਬ ਕਹਿੰਦਾ ਤੁਸੀਂ ਮੇਰੇ ਬੱਚੇ ਹੋ, ਮਾਂ ਪਿਓ ਕਹਿੰਦਾ ਨਹੀਂ ਤੁਸੀਂ ਮੇਰੇ ਬੱਚੇ ਹੋ। ਅਤੇ ਸਾਨੂੰ ਰੱਬ ਉਹ ਗੱਲ ਨਹੀਂ ਵਿਸ਼ਵਾਸ ਹੁੰਦਾ ਅਸੀਂ ਰੱਬ ਦੇ ਬੱਚੇ ਹਾਂ। ਅਸੀਂ ਤਾਂ ਆਪ ਕਹਿੰਦੇ ਮੈਂ ਤਾਂ ਫਲਾਣਾ ਸਿੰਘ ਦਾ ਬੱਚਾ, ਕੁਦਰਤੀ ਗੱਲ ਹੈ। ਅਗਲਾ ਕਹੇ ਤੂੰ ਕਹਿੰਦਾ ਮੁੰਡਾ, ਉਹ ਬਾਪ ਦਾ ਨਾਂ ਲਏਗਾ। ਹੁਣ ਨਾਲ ਜਦ ਮਦਰ ਦਾ ਵੀ ਲੈਣ ਲੱਗ ਪਿਆ ਨੇ, ਪਰ ਨਹੀਂ ਪਰਮਾਤਮਾ ਕਹਿੰਦਾ ਇਹੀ ਤਾਂ ਤੁਹਾਨੂੰ ਭੁਲੇਖਾ ਹੈ। ਮੂਰਖ ਜਾਣੇ ਆਪਣੇ ਧੀਆਂ ਪੁੱਤ ਸੰਜੋਗ, ਇਹ ਤਾਂ ਮੈਂ ਪਿਛਲੇ ਸੰਜੋਗਾਂ ਕਾਰਨ ਤੁਹਾਨੂੰ ਦਿੱਤੇ ਨੇ, ਤੁਹਾਡੇ ਨਹੀਂ ਹੈਗੇ। ਇਹ ਤੁਹਾਡੇ ਨਹੀਂ ਬੱਚੇ, ਇਹ ਤਾਂ ਮੇਰੇ ਨੇ, ਮੈਂ ਤਾਂ ਤੁਹਾਨੂੰ ਪਾਲਣ ਲਈ ਦਿੱਤੇ ਨੇ। ਮਿਲੇ ਪਾਲੀ ਚਲੋ, ਮੈਂ ਤਾਂ ਤੁਹਾਨੂੰ ਪਾਲਣ ਲਈ ਦਿੱਤੇ ਨੇ, ਤੁਹਾਡੇ ਨਹੀਂ ਹੈਗੇ। ਕਿ ਅਸੀਂ ਸਾਡੇ ਸਮਝ ਕੇ ਔਖੇ ਹੋਣੇ, ਜੇ ਅਸੀਂ ਰੱਬ ਦੇ ਸਮਝ ਕੇ ਪਾਲੀ, ਮੇਰਾ ਬੜੇ ਵਧੀਆ ਪਾਲ ਲਈ ਉਹਨਾਂ ਨੂੰ। ਫਿਰ ਰੱਬ ਨੇ ਕਿਸੇ ਚੀਜ਼ ਦੀ ਕਮੀ ਵੀ ਨਹੀਂ ਆਉਣ ਦੇਣੀ ਵੀ ਕੱਲ੍ਹ ਨੂੰ ਬੱਚੇ ਕੀ ਖਾਣਗੇ। ਵੀ ਸੱਚੇ ਪਾਤਸ਼ਾਹ ਤੇਰੇ ਨੇ ਕਰ ਪ੍ਰਬੰਧ ਕੋਈ, ਇਹ ਤਾਂ ਤੇਰੇ ਨੇ, ਤੂੰ ਦੇ ਦੇਂਗਾ ਖਾਣ ਨੂੰ, ਮੈਨੂੰ ਖਵਾ ਦਿਆਂਗਾ। ਇਸ ਲਈ ਤਾਂ ਸਮਝਾਇਆ, ਹੋਰ ਕੋਈ ਗੱਲ ਨਹੀਂ। ਵੀ ਹੇ ਮਨਾ ਉਦਮ ਕਰਨ ਦੀ ਤੂੰ ਚਿੰਤਾ ਕਿਉਂ ਕਰਦਾ? ਜਾਂ ਜਦੋਂ ਆਹਰ ਹਰ ਜੀਉ ਪਰਿਆ, ਜਿਸ ਕੰਮ ਦੀ ਤੂੰ ਚਿੰਤਾ ਕਰ ਰਿਹਾ ਉਹ ਕੰਮ 'ਤੇ ਪਰਮਾਤਮਾ ਲੱਗਿਆ ਹੋਇਆ ਹੈ। ਸੈਲ ਪੱਥਰ ਮੈਂ ਜੰਤ ਉਪਾਏ, ਤਾ ਕਾ ਰਿਜ਼ਕ ਆਗੈ ਕਰ ਧਰਿਆ। ਸੈਲ ਪੱਥਰ ਜਿਹੜਾ ਪਹਾੜੀ ਪੱਥਰ ਹੁੰਦਾ, ਇਹ ਸਖਤ ਹੁੰਦਾ। ਕਈ ਤੁਸੀਂ ਪਹਾੜ ਦੇਖੇ ਹੋਣਗੇ ਜਿਨ੍ਹਾਂ ਦੇ ਦਰਖਤ ਉੱਗੇ ਹੁੰਦੇ ਨੇ, ਉੱਥੇ ਮਿੱਟੀ ਵੀ ਹੁੰਦੀ ਹੈ। ਕਈ ਪਹਾੜ ਤੁਸੀਂ ਦੇਖੇ ਹੋਣਗੇ ਜਿਹਨਾਂ 'ਤੇ ਕੋਈ ਦਰਖਤ ਨਹੀਂ ਹੁੰਦਾ, ਪੱਥਰ ਹੀ ਪੱਥਰ ਸਾਰੇ ਹੁੰਦੇ ਨੇ। ਪਹਾੜ ਜਿਹੜਾ ਬਹੁਤ ਸਖਤ ਪੱਥਰ ਹੁੰਦਾ ਹੈ, ਪਹਾੜੀ ਪੱਥਰ, ਚਟਾਨੀ ਪੱਥਰ, ਉਹਨੂੰ ਕਹਿੰਦੇ ਨੇ ਸੈਲ ਪੱਥਰ। ਸੈਲ ਪੱਥਰ ਮੈਂ ਜੰਤ ਪਾਏ। ਚਲੋ ਜਿਹੜਾ ਧਰਤੀ 'ਤੇ ਪੱਥਰ ਹੈ ਉਹ ਤਾਂ ਹੋਰ ਗੱਲ ਹੈ। ਕਹਿੰਦੇ ਜਦੋਂ ਪਹਾੜੀ ਦੇ ਉੱਤੇ ਪੱਥਰ ਹੈ, ਉਹਦੇ ਵਿੱਚ ਪੱਥਰ ਦੇ ਵਿੱਚ ਵੀ ਪਰਮਾਤਮਾ ਨੇ ਜੀਵ ਪੈਦਾ ਕੀਤੇ ਹੋਏ ਹਨ। ਤਾ ਕਾ ਰਿਜ਼ਕ ਆਗੈ ਕਰ ਧਰਿਆ, ਅਤੇ ਉਹਨਾਂ ਦਾ ਰਿਜ਼ਕ, ਉਹਨਾਂ ਦੇ ਖਾਣ ਪੀਣ ਦਾ ਪ੍ਰਬੰਧ ਪਰਮਾਤਮਾ ਨੇ ਉਹ ਜੀਵਾਂ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਅੱਗੇ ਰੱਖਿਆ ਹੋਇਆ ਵੀ ਤੈਨੂੰ ਫਲਾਣੇ ਥਾਂ 'ਤੇ ਪੈਦਾ ਕਰਨਾ, ਉੱਥੇ ਤੇਰਾ ਰਿਜ਼ਕ ਹੈ। ਕਿੱਥੇ ਰਿਜ਼ਕ? ਜਿਵੇਂ ਤੀਸਰੇ ਪਾਤਸ਼ਾਹ ਵੇਲੇ ਇੱਕ ਉਹਨਾਂ ਦਾ ਤਲਵੰਡੀ ਨੇੜੇ ਪਿੰਡ ਹੈ ਗੋਇੰਦਵਾਲ ਸਾਹਿਬ ਦੇ, ਉੱਥੋਂ ਦਾ ਇੱਕ ਸਿੱਖ ਰੋਜ਼ ਜਿਹੜਾ ਹੈ ਦਹੀਂ ਲੈ ਕੇ ਜਾਇਆ ਕਰਦਾ ਸੀ ਗੁਰੂ ਮਹਾਰਾਜ ਲਈ। ਗੁਰੂ ਮਹਾਰਾਜ ਫਿਰ ਜਦੋਂ ਦਹੀਂ ਲੈ ਕੇ ਜਾ ਫਿਰ ਰੋਟੀ ਖਾਂਦੇ ਸਨ। ਜਦੋਂ ਇਹ ਤੁਰਨ ਲੱਗਾ ਇੱਕ ਦਿਨ ਬਹੁਤ ਜ਼ੋਰ ਦੀ ਹਨੇਰੀ ਆ ਗਈ। ਉਹਨੇ ਸੋਚਿਆ ਵੀ ਇਹ ਦਹੀਂ 'ਚ ਕਿਤੇ ਰੇਤਾ ਨਾ ਗਿਰ ਜਾਏ, ਕੋਈ ਚੀਜ਼ ਨਾ ਗਿਰ ਜਾਏ। ਹਾਂਜੀ, ਉਹਨੇ ਅਰਦਾਸ ਕਰਤੀ ਵੀ ਮੈਂ ਲੰਗਰ ਲੈ ਕੇ ਜਾਣਾ ਵੀ ਹਨੇਰੀ ਬੰਦ ਹੋ ਜਾਏ। ਚਲੋ ਗੁਰੂ ਦਾ ਪੱਕਾ ਸਿੱਖ ਸੀ, ਬੜੀ ਦੇਰ ਤੋਂ ਸੇਵਾ ਕਰਦੇ, ਰਸਨਾ 'ਤੇ ਪ੍ਰਵਾਨ ਹੋ ਗਈ ਅਰਦਾਸ, ਹਨੇਰੀ ਬੰਦ ਹੋ ਗਈ। ਬੜਾ ਖੁਸ਼ ਹੈ, ਲੈ ਗਿਆ ਜੀ। ਜੋ ਜਾ ਕੇ ਦਹੀਂ ਰੱਖਿਆ, ਗੁਰੂ ਮਹਾਰਾਜ ਕਹਿੰਦੇ ਅਸੀਂ ਨਹੀਂ ਤੇਰਾ ਦਹੀਂ ਖਾਣਾ ਅੱਜ। ਕਹਿੰਦੇ ਮਹਾਰਾਜ ਜੀ ਕੀ ਗੱਲ ਹੈ? ਕਹਿ ਤੂੰ ਕਿੰਨੇ ਜੀਵ ਅੱਜ ਭੁੱਖੇ ਮਾਰਤੇ। ਕਹਿ ਜੀ ਉਹ ਕਿਉਂ? ਕਹਿੰਦੇ ਕਈ ਜੀਵ ਐਸੀ ਥਾਵਾਂ 'ਤੇ ਸਨ ਜਿਨ੍ਹਾਂ ਨੂੰ ਰਿਜ਼ਕ ਇਸ ਹਨੇਰੀ ਰਾਹੀਂ ਪਹੁੰਚਣਾ ਸੀ। ਹਨੇਰੀ ਨਾਲ ਕੁਝ ਕਿਣਕੇ ਦਾਣਿਆਂ ਦੇ, ਕੁਝ ਹੋਰ ਚੀਜ਼ ਉੱਡ ਕੇ ਉਹਨਾਂ ਤੱਕ ਪਹੁੰਚਣੀ ਸੀ। ਤੂੰ ਅਰਦਾਸ ਕਰਕੇ ਹਨੇਰੀ ਰੋਕਦੀ, ਉਹ ਤਾਂ ਭੁੱਖੇ ਮਰ ਜਾਣਗੇ। ਪਰਮਾਤਮਾ ਨੇ ਹਨੇਰੀ ਭੇਜੀ, ਤੂੰ ਕੌਣ ਉਹਨੂੰ ਰੋਕਣ ਵਾਲਾ? ਤੂੰ ਦਖਲ ਦੇਣ ਵਾਲਾ ਉਹਦੇ 'ਚ ਕੌਣ ਹੈ? ਤੂੰ ਕਿੰਨੇ ਜੀਅ ਭੁੱਖੇ ਮਾਰਤੇ ਅੱਜ, ਅਸੀਂ ਨਹੀਂ ਤੇਰਾ ਦਹੀਂ ਖਾਂਦੇ।
ਚਲੋ ਬੜੀ ਮਾਫੀ ਮੰਗੀ ਵੀ ਅੱਗੇ ਤੋਂ ਮੈਂ ਨਹੀਂ ਕਰਦਾ। ਕਹਿੰਦੇ ਇਸ ਤਰ੍ਹਾਂ ਨਹੀਂ ਕਰੀਦਾ, ਉਹਦੀ ਰਜ਼ਾ 'ਚ ਰਹਿਣਾ ਹੈ, ਪਰਮਾਤਮਾ ਦੀ ਰਜ਼ਾ 'ਚ ਰਹਿਣਾ ਹੈ। ਉਹਨੇ ਐਵੇਂ ਨਹੀਂ ਹਨੇਰੀ ਚਲਾਈ, ਉਹਨੇ ਪਤਾ ਨਹੀਂ ਕਿੰਨੇ ਜੀਵਾਂ ਨੂੰ ਉੱਚੀਆਂ ਉੱਚੀਆਂ ਥਾਵਾਂ 'ਤੇ ਜਿਹੜੇ ਬੈਠੇ ਸਨ ਉਹਨਾਂ ਨੂੰ ਖੁਰਾਕ ਪਹੁੰਚਾਉਣੀ ਸੀ, ਕਿਉਂਕਿ ਬਹੁਤ ਤੇਜ਼ ਹਵਾ, ਬੜਾ ਕੁਛ ਉੱਡ ਕੇ ਚਲੇ ਜਾਂਦਾ ਇੱਕ ਥਾਂ ਦੂਜੀ ਥਾਂ 'ਤੇ। ਸੋ ਇਸ ਲਈ ਕਹਿੰਦੇ ਸੈਲ ਪੱਥਰ ਮੈਂ ਜੰਤੋ ਪਾਏ, ਪਰਮਾਤਮਾ ਨੇ ਪੱਥਰਾਂ ਦੇ ਵਿੱਚ ਵੀ ਕੀੜੇ ਪੈਦਾ ਕੀਤੇ ਹੋਏ ਹਨ। ਤਾਂ ਕਾ ਰਿਜ਼ਕ ਆਗਿਆ ਕਰਤਾ ਰਹੇ, ਆਗਿਆ ਮੈਂ ਤਾਂ ਪਹਿਲਾਂ ਤੋਂ ਹੀ ਉਹਨਾਂ ਦਾ ਰਿਜ਼ਕ ਕਹਿੰਦਾ ਉਹਨਾਂ ਦਾ ਪੈਦਾ ਹੋਣ ਤੋਂ ਪਹਿਲੇ ਉਹਨਾਂ ਦੇ ਅੱਗੇ ਰੱਖਿਆ ਹੋਇਆ ਹੈ। ਜਿਵੇਂ ਇੱਕ ਦਿਨ ਤੁਹਾਨੂੰ ਸੁਣਾਇਆ ਵੀ ਸੀ ਕਿ ਇੱਕ ਛੋਟਾ ਬੱਚਾ ਸੀ, ਉਹ ਮਾਂ ਪਿਓ ਨੂੰ ਮੱਠ 'ਚ ਛੱਡਿਆ ਜਿੱਥੇ ਸਾਧੂ ਰਹਿੰਦੇ ਸਨ। ਉਹਨੂੰ ਉਸ ਜ਼ਮਾਨੇ ਮੱਠ ਕਹਿੰਦੇ, ਅੱਜ ਕੱਲ੍ਹ ਆਪਾਂ ਡੇਰਾ ਕਹਿੰਦੇ ਹਨ। ਉਹ ਜਿਹੜਾ ਸਾਰੀ ਵਿੱਦਿਆ ਉਸਨੇ ਹਾਸਲ ਕਰ ਲਈ। ਫਿਰ ਨਿਯਮ ਸੀ ਜਦੋਂ ਬੱਚਾ ਸਾਰੀ ਵਿੱਦਿਆ ਹਾਸਲ ਕਰ ਲਏ, ਉਹਦੇ ਅੰਦਰ ਹਉਮੈ ਖਤਮ ਕਰ ਲਈ, ਉਹਨੂੰ ਮੰਗਣ ਭੇਜਿਆ ਕਰਦੇ ਸੀ। ਅਤੇ ਨਾਲ ਇਹ ਹੁਕਮ ਸੀ ਕਿ ਤੂੰ ਉਸ ਘਰ 'ਚ ਆਵਾਜ਼ ਦੇਣੀ ਹੈ ਜਿਹਦਾ ਦਰਵਾਜ਼ਾ ਖੁੱਲ੍ਹਾ ਹੈ, ਜਿਨ੍ਹਾਂ ਦਾ ਦਰਵਾਜ਼ਾ ਬੰਦ ਹੈ ਉਹਨਾਂ ਦੇ ਘਰ ਜਾ ਕੇ ਨਹੀਂ ਮੰਗਣਾ। ਲਓ ਜੀ, ਉਹ ਕਿਉਂਕਿ ਛੋਟੀ ਉਮਰ 'ਚ ਹੀ ਆ ਗਿਆ ਸੀ, ਇਸ ਲਈ ਉਹਨੂੰ ਤਾਂ ਸੋਝੀ ਨਾ ਕੋਈ ਔਰਤ ਕਦੇ ਵੇਖੀ, ਉਹ ਬਚਪਨ 'ਚ ਹੀ ਆ ਗਿਆ। ਲਓ ਜੀ, ਇੱਕ ਘਰ ਜਾ ਕੇ ਜਿਵੇਂ ਅਲੱਖ ਨਿਰੰਜਨ ਆਪਾਂ ਕਹਿੰਦੇ ਆਵਾਜ਼ ਤਾਂ ਕੋਈ ਦਿੰਦਾ ਹੀ ਨਾ, ਉਹਨੇ ਐਂ ਕਿਹਾ। ਇੱਕ ਨੌਜਵਾਨ ਲੜਕੀ ਜਿਹੜੀ ਹੈ ਉਹ ਭਿੱਖਿਆ ਪਾਉਣ ਆਈ, ਉਹ ਉਹਦੇ ਵੱਲ ਹੀ ਵੇਖੀ ਜਾਂਦਾ ਹੈ, ਕਦੇ ਉਹਦੀ ਛਾਤੀ ਵੱਲ ਵੇਖਦਾ, ਕਦੇ ਹੇਠਾਂ ਵੇਖਦਾ। ਉਹ ਬੜਾ ਹੈਰਾਨ ਹੈ ਵੀ ਇਹਦਾ ਸਰੀਰ ਮੇਰੇ ਵਰਗਾ ਕਿਉਂ ਨਹੀਂ ਹੈ। ਉਹ ਲੜਕੀ ਸ਼ਰਮਾ ਗਈ, ਉਹਨੇ ਜਾ ਕੇ ਮਾਂ ਨੂੰ ਕਿਹਾ ਵੀ ਇੱਕ ਮੁੰਡਾ ਮੰਗਣ ਆਇਆ, ਉਹ ਤਾਂ ਮੇਰੇ ਵਾਲੇ ਵੇਖੀ ਜਾਂਦਾ। ਮਾਂ ਸਿਆਣੀ ਸੀ, ਕਹਿੰਦੀ ਲੈ ਮੈਂ ਭਿੱਖਿਆ ਪਾ ਕੇ ਆਉਣੀ ਹੈਗੀ। ਉਹ ਭਿੱਖਿਆ ਪਾਉਣ ਲੱਗੀ, ਕਹਿੰਦੀ ਮੈਂ ਇਹ ਬਾਅਦ 'ਚ ਤਾਂ ਲਾਂਗਾ ਜੀ, ਪਹਿਲਾਂ ਮੈਨੂੰ ਇਹ ਦੱਸੋ ਵੀ ਤੁਹਾਡਾ ਸਰੀਰ ਮੇਰੇ ਵਰਗਾ ਕਿਉਂ ਨਹੀਂ ਹੈ, ਆਹ ਤੁਹਾਡਾ ਸਰੀਰ ਅੱਗੋਂ ਉੱਚਾ ਕਿਉਂ ਹੈ। ਮਾਂ ਕਹਿੰਦੀ ਪੁੱਤਰ, ਜਦੋਂ ਪਰਮਾਤਮਾ ਨੇ ਤੈਨੂੰ ਪੈਦਾ ਕਰਨਾ ਸੀ ਨਾ, ਤੇਰੀ ਮਾਂ ਦੀ ਛਾਤੀ 'ਚ ਤੇਰੇ ਪੀਣ ਲਈ ਦੁੱਧ ਦਾ ਪ੍ਰਬੰਧ ਕੀਤਾ ਸੀ। ਕਹਿੰਦੇ ਅੱਛਾ, ਮੇਰੇ ਪੈਦਾ ਹੋਣ ਤੋਂ ਪਹਿਲਾਂ ਪਰਮਾਤਮਾ ਨੇ ਮੇਰੇ ਦੁੱਧ ਦਾ ਪ੍ਰਬੰਧ ਕਰਤਾ ਸੀ। ਕਹਿੰਦੇ ਹਾਂ ਕਰਤਾ ਸੀ। ਕਹਿੰਦੇ ਮੈਂ ਨਹੀਂ ਭਿੱਖਿਆ ਲੈਣੀ। ਉਸ ਤਰ੍ਹਾਂ ਮੁੜ ਗਿਆ, ਜਾ ਕੇ ਥੈਲਾ ਜਿਹਾ ਸੀ ਉਹ ਗੁਰੂ ਦੇ ਪੈਰਾਂ ਸੁੱਟਤਾ। ਕਹਿੰਦੇ ਤੁਸੀਂ ਤਾਂ ਮੈਨੂੰ ਕੋਈ ਸਿੱਖਿਆ ਹੀ ਨਹੀਂ ਦਿੱਤੀ, ਐਵੇਂ ਕਹਿੰਦੇ 18 ਸਾਲ ਮੇਰੇ 'ਤੇ ਤੁਸੀਂ ਮੱਥਾ ਮਾਰਦੇ। ਕਹਿੰਦੇ ਕੀ ਹੋ ਗਿਆ ਤੈਨੂੰ ਪਹਿਲੇ ਦਿਨ ਹੀ? ਕਹਿੰਦੇ ਤੁਸੀਂ ਤਾਂ ਮੈਨੂੰ ਦੱਸਿਆ ਹੀ ਨਹੀਂ ਕਿ ਕਾਕਾ ਤੇਰੇ ਪੈਦਾ ਹੋਣ ਤੋਂ ਪਹਿਲਾਂ ਤੇਰੇ ਪੀਣ ਲਈ ਜਿਹੜਾ ਦੁੱਧ ਦਾ ਪ੍ਰਬੰਧ ਹੈ ਉਹ ਪਰਮਾਤਮਾ ਨੇ ਪਹਿਲੇ ਤੇਰੀ ਮਾਂ ਦੀ ਛਾਤੀ ਕਰਤਾ। ਇਹ ਤਾਂ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਹੈ। ਮੈਂ ਨਹੀਂ ਮੰਗਦਾ। ਜਿਸ ਪਰਮਾਤਮਾ ਨੇ ਮੇਰੇ ਪੈਦਾ ਹੋਣ ਤੋਂ ਪਹਿਲਾਂ ਹੀ ਮੇਰੀ ਖੁਰਾਕ ਦਾ ਪ੍ਰਬੰਧ ਕਰ ਦਿੱਤਾ ਹੈ, ਕਿ ਉਹ ਹੁਣ ਨਹੀਂ ਮੈਨੂੰ ਦੇਵੇਗਾ? ਹੁਣ ਮੈਂ ਮੰਗ ਕੇ ਖਾਵਾਂਗਾ? ਮੈਂ ਨਹੀਂ ਮੰਗਦਾ, ਬਸ ਆਪੇ ਪਰਮਾਤਮਾ ਮੈਨੂੰ ਦੇਵੇਗਾ। ਛੁੱਟਦਾ ਬਹਿ ਗਿਆ। ਇੰਨਾ ਵਿਸ਼ਵਾਸ ਹੋਵੇ ਫਿਰ ਪਰਮਾਤਮਾ ਆਪੇ ਭੇਜੀ ਜਾਂਦਾ, ਫਿਰ ਪਰਮਾਤਮਾ ਆਪੇ ਭੇਜੀ ਕਹੇਗਾ ਮੇਰੇ ਪੈਦਾ ਹੋਣ ਤੋਂ ਹੀ ਪਹਿਲਾਂ ਮੇਰੇ ਭੋਜਨ ਦਾ ਪਰਮਾਤਮਾ ਨੇ ਪ੍ਰਬੰਧ ਕਰਦਾ, ਹੁਣ ਕਿਉਂ ਨਹੀਂ ਕਰੇਗਾ? ਹੁਣ ਕਿਉਂ ਨਹੀਂ ਕਰੇਗਾ? ਇਸ ਲਈ ਸਾਡਾ ਕੰਮ ਹੈ ਭਜਨ ਬੰਦਗੀ ਕਰਦੇ ਰਹਿਣਾ। ਠੀਕ ਹੈ, ਸਾਨੂੰ ਗੁਰੂ ਨਾਨਕ ਦੇਵ ਦਾ ਹੁਕਮ ਹੈ ਕਿ ਅਸੀਂ ਵਿਹਲੇ ਬੈਠ ਕੇ ਨਹੀਂ ਖਾਣਾ, ਅਸੀਂ ਮੰਗ ਕੇ ਨਹੀਂ ਖਾਣਾ। ਸਿੱਖ ਧਰਮ ਜਿਹੜੇ ਅਸਲ ਸਾਧੂ ਹੁੰਦੇ ਨੇ, ਪੁਰਾਤਨ ਸਾਧੂ ਵੀ ਮੰਗ ਕੇ ਨਹੀਂ ਸੀ ਖਾਂਦੇ। ਹੁਣ ਵੀ ਜਿਹੜੇ ਅਸਲ ਸਾਧੂ ਨੇ ਉਹ ਮੰਗਣ ਨਹੀਂ ਜਾਂਦੇ, ਆਪੇ ਉਹਨਾਂ ਦਾ ਭੋਜਨ ਉੱਥੇ ਪਹੁੰਚਦਾ, ਸੰਗਤ ਪਹੁੰਚਾਈ ਜਾਂਦੀ ਹੈ। ਉਹ ਮੰਗਣ ਨਹੀਂ ਜਾਂਦੇ ਵੀ ਠੂਠਾ ਫੜ ਕੇ ਜਾਂ ਥੈਲਾ ਫੜ ਕੇ ਮੰਗਣ ਤੁਰੇ ਜਾਓ। ਉਹਨਾਂ ਨੂੰ ਵਿਸ਼ਵਾਸ ਹੁੰਦਾ ਹੈ ਕਿ ਸਾਡਾ ਜਿਹੜਾ ਰਿਜ਼ਕ ਹੈ ਇਹ ਜਿੱਥੇ ਅਸੀਂ ਹਾਂ ਉੱਥੇ ਹੀ ਪਹੁੰਚ ਜਾਣਾ ਹੈ। ਬਸ ਉਹ ਭਜਨ ਬੰਦਗੀ ਕਰਦੇ ਰਹਿੰਦੇ। ਇਸ ਲਈ ਭਜਨ ਬੰਦਗੀ ਕਰਨ ਵਾਲੇ ਨੂੰ ਕੱਲ੍ਹ ਦੀ ਰੋਟੀ ਦਾ ਫਿਕਰ ਨਹੀਂ ਚਾਹੀਦਾ, ਇਹ ਤਾਂ ਨਾਸਤਕਾਂ ਨੂੰ ਫਿਕਰ ਚਾਹੀਦਾ ਹੈ। ਜਿਵੇਂ ਇੱਥੇ ਸਾਡੀ ਕਲੋਨੀ 'ਚ ਇੱਕ ਨੇਪਾਲੀ ਰਹਿੰਦਾ ਜੀ, ਉਦੋਂ ਵੀ ਆਇਆ ਕਦੋਂ ਸੀ ਮੇਰੇ ਕੋਲ। ਕਹਿੰਦਾ ਮੈਨੂੰ ਪੁੱਛਦੇ ਨੇ ਟੈਲੀਫੋਨ 'ਤੇ ਵੀ ਤੈਨੂੰ ਉੱਥੇ ਕੋਈ ਰੋਟੀ ਪਾਣੀ ਮਿਲਦਾ ਜੇ ਲੋਕਡਾਊਨ ਹੋ ਗਈ? ਕਹਿੰਦੇ ਪੰਜਾਬ ਦੇ ਵਿੱਚ ਕੋਈ ਭੂਖਾ नहीं सो सकता रात को। पंजाब एक ऐसा देश है यहाँ सरदार रहते हैं। पहले तो हम कहते दिहाड़ी करते थे फिर खाते थे, अब हम कोई दिहाड़ी नहीं करते, सुबह भी हमें लंगर दे देते हैं, शाम को भी दे देते हैं, पकाया पकाया दोनों टाइम आता है।
ਇਸ ਲਈ ਮੇਰੀ ਚਿੰਤਾ ਮਤ ਕਰੋ। ਇਹ ਕਿੰਨਾ ਵਿਸ਼ਵਾਸ ਅਗਲੇ ਨੂੰ, ਜਦੋਂ ਉਹਨੇ ਮੇਰੇ ਨਾਲ ਮੈਨੂੰ ਮਿਲਣਾ ਆਹੀ ਕਹਿਣਾ। ਪੰਜਾਬ 'ਚ ਨਹੀਂ ਕੋਈ ਭੁੱਖਾ ਸੌਂ ਸਕਦਾ ਬਾਬਾ ਜੀ, ਹਾਂ ਪੰਜਾਬ 'ਚ ਨਹੀਂ ਕੋਈ ਭੁੱਖਾ ਸੌਂ ਸਕਦਾ। ਅਤੇ ਠੀਕ ਹੈ, ਹੁਣ ਮਿਲਦਾ ਰਿਹਾ। ਫਿਰ ਹੌਲੀ ਹੌਲੀ ਚਲੋ ਦਿਹਾੜੀਆਂ ਸ਼ੁਰੂ ਹੋ ਗਏ, ਅਗਲਾ ਆਪਣੀ ਦਿਹਾੜੀ ਕਰਨ ਲੱਗ ਪਿਆ। ਇਹ ਵਿਸ਼ਵਾਸ ਹੈ। ਇਹ ਵਿਸ਼ਵਾਸ ਕਹਿੰਦੇ ਪਹਿਲਾਂ ਕੰਮ ਕਰਕੇ ਮਿਲਦਾ ਸੀ, ਹੁਣ ਬਿਨਾਂ ਕੰਮ ਦੇ ਮਿਲਦਾ ਹੈ। ਪਹਿਲਾਂ ਆਪ ਪਕਾਉਣੀ ਪੈਂਦੀ ਸੀ, ਹੁਣ ਪੱਕੀ ਪਕਾਈ ਆਉਂਦੀ ਹੈ। ਪਹਿਲਾਂ ਦਾਲ ਨਾਲ ਰੋਟੀ ਖਾਂਦੇ ਸੀ, ਹੁਣ ਕਦੇ ਚੌਲ ਵੀ ਆਉਂਦੇ ਨੇ, ਸਬਜ਼ੀ ਵੀ ਆਉਂਦੀ ਹੈ, ਦਾਲ ਵੀ ਆਉਂਦੀ ਹੈ, ਕਦੇ ਕਈ ਪਰੌਂਠੇ ਆਉਂਦੇ ਖਾਣ ਨੂੰ, ਕਦੇ ਹੋਰ ਕੁਛ ਨਾਲ ਆਉਂਦਾ ਹੈ। ਕਹਿੰਦੇ ਇਸ ਲਈ ਕਹਿੰਦਾ ਅਗਰ ਮੰਨ ਲਓ ਕੋਈ नहीं भी पहुँचाएगा, दुख निवारण सब है, वहाँ जो इसकी मर्जी जाकर खाओ, 24 घंटे लंगर चलता है, वहाँ तो कभी बंद ही नहीं हुआ। अगले विश्वास है, इन्हें विश्वास होगा फिर परमात्मा भेजदा रहिंदा। जे विश्वास डोल जाएगा तो फिर ठीक है, फिर तो तुहानूं ये गल भी अजीब लगेगी भी है परमात्मा ऐं ही देगा। उदाहरण जे पत्थर 'ਚ ਕੀੜੇ ਨੂੰ ਮਿਲ ਸਕਦਾ ਕਿ ਤੂੰ ਤਾਂ ਬਾਹਰ ਤੈਨੂੰ ਕਿਉਂ ਨਹੀਂ ਮਿਲ ਸਕਦਾ। ਸਿਰਫ ਸਾਨੂੰ ਉਦੋਂ ਸਮੱਸਿਆ ਆਉਂਦੀ ਹੈ ਜਦੋਂ ਅਸੀਂ ਉਸ ਦਾ ਨਾਮ ਨਹੀਂ ਜਪਦੇ। ਉਹ ਫਿਰ ਕਹਿ ਚੰਗਾ ਆਪਣਾ ਕਰੀ ਜਾਓ, ਭਰੀ ਜਾਓ, ਚੰਗਾ ਖਾ ਲਓ, ਮੰਦਾ ਖਾ ਲਓ, ਦਿਹਾੜੀ ਕਰੋ ਨਾ ਕਰੋ। ਅਗਰ ਅਸੀਂ ਉਹਦਾ ਨਾਮ ਜਪਦੇ ਰਹਿੰਦੇ ਹਾਂ ਫਿਰ ਉਹਨੂੰ ਚਿੰਤਾ ਹੁੰਦੀ ਹੈ ਸਾਡੀ ਵੀ ਉਹ ਤਾਂ ਮੇਰਾ ਨਾਮ ਜਪਣ 'ਤੇ ਲੱਗਾ ਹੋਇਆ ਦਿਨ ਰਾਤ, ਹੁਣ ਤਾਂ ਪਹੁੰਚਾਉਣੀ ਹੀ ਪਹੁੰਚਾਉਣੀ ਹੈ ਰੋਟੀ। ਜਿਵੇਂ ਦਸਮ ਪਾਤਸ਼ਾਹ ਕੋਲ ਇੱਕ ਲੜਕਾ ਚਲਿਆ ਗਿਆ ਜੀ, ਕਹਿੰਦੇ ਮੈਂ ਗ੍ਰਸਤੀ ਹੋਵਾਂ ਕਿ ਇਸ ਤਰ੍ਹਾਂ ਰਹਾਂ ਜੀ, ਭਜਨਬੰਦੀ ਕਰਨੀ ਮੈਂ। ਉਹਨੇ ਗੁਰੂ ਮਹਾਰਾਜ ਨੇ ਇੱਕ ਗੱਲ ਸੁਣਾਈ, ਕਹਿੰਦੇ ਭਾਈ ਵੈਸੇ ਤਾਂ ਸਾਡਾ ਗ੍ਰਸਤ ਧਰਮ ਹੈ, ਅਤੇ ਜੇ ਤੂੰ ਭਾਈ ਨਹੀਂ ਗ੍ਰਸਤੀ ਬਣਨਾ ਤਾਂ ਸਾਡੀ ਇੱਕ ਗੱਲ ਸੁਣ ਲੈ। ਉਹਨਾਂ ਦੱਸਿਆ ਵੀ ਲੀਲਾਪੁਰ ਪਿੰਡ ਦੀ ਇੱਕ ਘਟਨਾ ਕਿ ਉੱਥੇ ਇੱਕ ਸਾਧੂ ਰਹਿੰਦਾ ਸੀ ਖੇਤਾਂ 'ਚ, ਦੂਜੇ ਪਿੰਡ ਤੋਂ ਉੱਠ ਕੇ ਆਇਆ ਸੀ। 1 ਦਿਨ 2 ਦਿਨ 3 ਦਿਨ 4 ਦਿਨ 5 ਦਿਨ 6 ਦਿਨ 7 ਦਿਨ ਬੀਤ ਗਏ, ਕੋਈ ਪਿੰਡ 'ਚ ਉਹਨੂੰ ਰੋਟੀ ਪਾਣੀ ਦੇਣ ਨਹੀਂ ਆਇਆ। ਉਹ ਸੀ ਵਿਸ਼ਨੂੰ ਮਹਾਰਾਜ ਦਾ ਭਗਤ। ਉਹ ਵੀ ਟੱਲ ਸੀ ਵੀ ਮੈਂ ਜਿਹਦੀ ਭਜਨ ਬੰਦਗੀ ਕਰਦਾ ਉਹ ਮੈਨੂੰ ਭੇਜੇਗਾ, ਮੈਂ ਕਿਉਂ ਮੰਗਣ ਜਾਵਾਂ। ਧਿਆਨ ਦੇਣਾ, ਕਹਿੰਦੇ ਮੈਂ ਵਿਸ਼ਨੂੰ ਮਹਾਰਾਜ ਦੀ ਭਜਨ ਬੰਦਗੀ ਕਰਦਾ, ਆਪੇ ਵਿਸ਼ਨੂੰ ਮਹਾਰਾਜ ਮੈਨੂੰ ਦੇਵੇਗਾ, ਮੈਂ ਕਿਉਂ ਮੰਗਣ ਜਾਵਾਂ। ਉਹ ਮੰਗਣ ਨਹੀਂ ਗਿਆ ਅਤੇ ਪਿੰਡ ਵਾਲਿਆਂ ਨੂੰ ਕੋਈ ਦਿੱਤਾ ਨਹੀਂ। ਵਿਸ਼ਨੂੰ ਮਹਾਰਾਜ ਚੜ੍ਹਿਆ ਗੁੱਸਾ, ਉਹਨਾਂ ਨੇ 2 ਬੰਦੇ ਭੇਜੇ ਵੀ ਆਹ ਮਸ਼ਾਲਾਂ ਲੈ ਜਾਓ, ਸਾਰਾ ਪਿੰਡ ਲੀਲਾਪੁਰ ਸਾੜ ਦਿਓ। ਮੇਰੇ ਭਗਤ ਨੂੰ 7 ਦਿਨ ਹੋ ਗਏ ਭੁੱਖੇ ਬੈਠਿਆ, ਇਹਨਾਂ ਕੋਈ ਰੋਟੀ ਪਾਣੀ ਨਹੀਂ ਪਹੁੰਚਾਇਆ। ਉਹਦੇ ਕੋਲੋਂ ਲੰਘਣ ਲੱਗੇ ਨੇ, ਉਹਨੂੰ ਵੀ ਲੱਗ ਗਿਆ ਪਤਾ, ਉਹ ਵੀ ਹਰ ਭਜਨਬੰਦੀ ਕਰਦਾ। ਕਹਿੰਦੇ ਵੀ ਕਿੱਥੇ ਚੱਲੇ ਹੋ। ਕਹਿੰਦੇ ਸਾਨੂੰ ਵਿਸ਼ਨੂੰ ਮਹਾਰਾਜ ਨੇ ਕਿਹਾ ਵੀ ਇਸ ਪਿੰਡ ਵਾਲਿਆਂ ਨੇ 7 ਦਿਨ ਹੋ ਗਏ ਤੈਨੂੰ ਖਾਣ ਪੀਣ ਨੂੰ ਕੁਛ ਨਹੀਂ ਦਿੱਤਾ, ਅਸੀਂ ਮਸ਼ਾਲਾ ਲੈ ਕੇ ਜਾ ਰਹੇ ਸੀ, ਸਾਰਾ ਪਿੰਡ ਫੂਕ ਦੇਣਾ। ਉਹ ਕਹਿੰਦਾ ਮੈਂ ਵੀ ਤੁਹਾਡੇ ਨਾਲ ਰਲ ਜਾਣਾ, ਮੈਨੂੰ ਇੱਕ ਮਸ਼ਾਲ ਦਿਓ। ਉਹਨੂੰ ਮਸ਼ਾਲ ਦੇ ਦਿੱਤੀ। ਕਹਿੰਦਾ ਸੁਣ ਓਏ, ਖਬਰਦਾਰ ਜੇ ਪਿੰਡ ਨੂੰ ਅੱਗ ਲਾਈ ਮੈਂ ਤੁਹਾਨੂੰ ਲਾ ਦੇਣੀ ਅੱਗ। ਕਹਿੰਦੇ ਵਿਸ਼ਨੂੰ ਮਹਾਰਾਜ ਨੂੰ ਜਾ ਕੇ ਕਹਿ ਦਿਓ ਕਿ ਉਹ ਤੁਹਾਡੀ ਭਜਨ ਬੰਦਗੀ ਕਰਦਾ। ਪਿੰਡ ਵਾਲੇ, ਮੈਂ ਪਿੰਡ ਵਾਲੇ ਲਈ ਕੁਛ ਕੀਤਾ ਹੀ ਨਹੀਂ। ਜੇ ਤਾਂ ਮੈਂ ਪਿੰਡ ਵਾਲਿਆਂ ਲਈ ਕੁਛ ਕਰਦਾ ਫਿਰ ਤਾਂ ਮੈਂ ਉਮੀਦ ਰੱਖਦਾ ਵੀ ਇਹ ਮੈਨੂੰ ਕੋਈ ਖਾਣ ਪੀਣ ਨੂੰ ਦੇ। ਮੈਂ ਤਾਂ ਪਿੰਡ ਵਾਲਿਆਂ ਲਈ ਭਜਨ ਬੰਦਗੀ ਨਹੀਂ ਕਰ ਰਿਹਾ। ਜਾ ਕੇ ਕਹਿ ਦਿਓ ਵਿਸ਼ਨੂੰ ਮਹਾਰਾਜ ਨੂੰ ਕਿ ਉਹ ਤੁਹਾਡੀ ਭਜਨ ਬੰਦਗੀ ਕਰਦਾ, ਪਿੰਡ ਵਾਲਿਆਂ ਦੀ ਨਹੀਂ ਕਰਦਾ। ਪਿੰਡ ਵਾਲਿਆਂ ਦੀ ਕੋਈ ਜ਼ਿੰਮੇਵਾਰੀ ਨਹੀਂ ਮੈਨੂੰ ਰੋਟੀ ਦੇਣ ਦੀ, ਮੈਂ ਤੁਹਾਡੀ ਭਜਨ ਬੰਦਗੀ ਕਰਦਾ, ਰੋਟੀ ਪਾਣੀ ਤੁਸੀਂ ਮੈਨੂੰ ਦੇਣਾ। ਭੱਜੋ ਕਿਤੇ ਵਾਪਸ। ਉਹ ਚਲੇ ਗਏ। ਵਿਸ਼ਨੂੰ ਮਹਾਰਾਜ ਕਹਿੰਦੇ ਫੂਕ ਹੈ ਪਿੰਡ। ਕਹਿ ਜੀ ਉੱਥੇ ਤਾਂ ਆਹ ਗੱਲ ਹੋ ਗਈ। ਹਾਂ, ਕਹਿੰਦਾ ਉਹ ਹੈ ਮੇਰਾ ਅਸਲ ਭਗਤ। ਅਤੇ ਭਗਵਾਨ ਨੂੰ ਕੀ ਸੀ, ਪਿੰਡ ਵਾਲੇ ਦੀ ਘੁੰਡੇ ਜੀ ਮਰੋੜਤੀ ਰਾਤੇ ਰਾਤ। ਸਵੇਰੇ ਆ ਰਹੇ ਪਰੌਂਠੇ ਆ ਰਹੇ, ਕਿਤੇ ਖੀਰ ਆ ਰਹੀ, ਕਿਤੇ ਕੁਛ ਆ ਰਿਹਾ, ਕਿਤੇ ਕੁਛ ਆ ਰਿਹਾ, ਰੰਗ ਲਾਤੇ। ਇੰਨਾ ਵਿਸ਼ਵਾਸ ਹੋਣਾ ਚਾਹੀਦਾ, ਇੰਨਾ ਵਿਸ਼ਵਾਸ ਭਜਨ ਬੰਦਗੀ ਚਾਲ 'ਚ ਹੋਵੇ, ਉਹਨੂੰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿੰਦੀ। ਸਾਡੇ ਵਿਸ਼ਵਾਸ ਵਿੱਚ ਕਮੀ ਹੈ। ਅਸੀਂ ਭਜਨ ਬੰਦਗੀ ਕਰਦੇ ਨਹੀਂ, ਇਸ ਲਈ ਵਕਤ ਨੂੰ ਫੜੇ ਹੋਏ ਹਾਂ। ਕੋਈ ਕਿਤੇ ਭਟਕ ਰਿਹਾ, ਕੋਈ ਕਿਤੇ ਭਟਕ ਰਿਹਾ। ਭਟਕੀ ਜਾਓ। ਬਾਹਰ ਜਾ ਕੇ ਵੀ ਬੱਚੇ ਭਟਕ ਰਹੇ ਹਨ। ਹੁਣ ਬੜਾ ਕਹੀਦਾ ਤੁਸੀਂ ਪਾਠ ਕਰੋ, ਤੁਹਾਡੀ ਕਿਸਮਤ ਨਹੀਂ। ਕਹਿੰਦੇ ਪਾਠ ਮਾਂ ਕਰੇ, ਕਿਸਮਤ ਮੇਰੀ ਬਦਲ ਦੇ। ਬੜੇ ਅਜੀਬ ਸਥਿਤੀ ਹੈ ਲੋਕਾਂ ਦੀ।
ਆਪਣੇ ਭਲੇ ਲਈ ਵੀ ਲੋਕ ਪਾਠ ਕਰਨ ਨੂੰ ਤਿਆਰ। ਕਿਸੇ ਲਈ ਤਾਂ ਕੀ ਕਰਨਾ ਇਹਨਾਂ ਨੇ? ਮੈਂ ਆਪਣੇ ਭਲੇ ਲਈ ਪਾਠ ਕਰਨ ਨੂੰ ਤਿਆਰ ਨਹੀਂ, ਮੈਂ ਕਿਸੇ ਦਾ ਭਲਾ ਕਿਆ ਸਵਾ ਕਰਨਾ? ਦੱਸੋ ਕੀ ਕਰਾਂਗਾ ਮੈਂ? ਕੀ ਮੇਰੇ ਤੋਂ ਕੋਈ ਕੱਲ੍ਹ ਉਮੀਦ ਰੱਖੇਗਾ ਵੀ? ਜੇ ਮੈਂ ਆਪਣੇ ਭਲੇ ਲਈ ਕੁਛ ਕਰ ਸਕਦਾ। ਅਸੀਂ ਜੇ ਭਜਨ ਬੰਦਗੀ ਕਰਨੀ ਹੈ, ਆਪਣੇ ਭਲੇ ਲਈ ਕਰਨੀ ਹੈ। ਆਪਣੇ ਭਜਨ ਬੰਦਗੀ ਉੱਠਦੇ ਬੈਠਦੇ ਤੁਰਦੇ ਵਾਹਿਗੁਰੂ ਵਾਹਿਗੁਰੂ ਕਰਨਾ, ਕਰੀ ਚੱਲੋ। ਇਹ 'ਚ ਕਿਹੜਾ ਕੋਈ ਪੈਸਾ ਲੱਗਦਾ? ਕੋਈ ਗੁਟਕਾ ਨਹੀਂ ਫੜਨਾ ਪੈਂਦਾ, ਕੋਈ ਪੋਥੀ ਨਹੀਂ ਬਣਾਉਣੀ, ਕੋਈ ਸਪੈਸ਼ਲ ਚੌਂਕੜੀ ਮਾਰ ਕੇ ਬਹਿਣਾ ਨਹੀਂ ਹੈਗਾ। ਤੁਰਦੇ ਫਿਰਦੇ ਜਿਸ ਵੀ ਹਾਲਤ ਵਿੱਚ, ਉਸੇ ਹਾਲਤ ਦੇ ਵਿੱਚ ਪਰਮਾਤਮਾ ਦਾ ਨਾਮ ਜਪੀ ਜਾਓ। ਪਰਮਾਤਮਾ ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦੇਵੇਗਾ। ਪਰ ਕਿਉਂਕਿ ਤੁਸੀਂ ਲੋਕ ਮਿਹਨਤ ਇੰਨੀ ਕਰਦੇ ਨਹੀਂ, ਇਸ ਲਈ ਮਨੁੱਖ ਭਟਕ ਰਿਹਾ ਹੈ, ਭਟਕ ਰਿਹਾ ਹੈ। ਇਹ ਇੱਧਰਲੇ ਭਜਨ ਬੰਦਗੀ ਵਾਲੇ ਪਾਸੇ ਨੂੰ ਨਹੀਂ ਆਉਂਦਾ ਹੈਗਾ। ਸੋ ਅੱਗੇ ਗੁਰੂ ਮਹਾਰਾਜ ਕਹਿੰਦੇ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਹੇ ਮੇਰੇ ਪਰਮਾਤਮਾ, ਉਹੀ ਤਰਿਆ ਇਸ ਭਵ ਸਾਗਰ ਤੋਂ ਜਿਹਨੂੰ ਸਤ ਸੰਗਤ ਨਸੀਬ ਹੋ ਗਈ। ਹੁਣ ਤਰਿਆ ਕਾਹਦੇ ਤੋਂ ਹੈ? ਗੁਰਬਾਣੀ ਕਹਿੰਦੇ ਭਵ ਸਾਗਰ ਤੋਂ। ਤੁਸੀਂ ਕਹੋਗੇ ਕਿਸੇ ਸਮੁੰਦਰ ਤੋਂ ਤਰਨਾ ਹੈ? ਨਹੀਂ, ਸਮੁੰਦਰ ਤੋਂ ਤਰਨਾ ਤਾਂ ਕੋਈ ਔਖਾ ਨਹੀਂ। ਪਹਿਲਾਂ ਕਿਸ਼ਤੀਆਂ ਸਨ, ਜਹਾਜ਼ ਸਨ, ਹੁਣ ਤਾਂ ਹਵਾਈ ਜਹਾਜ਼ ਹੋ ਗਏ। ਉੱਡੋ ਅਤੇ ਜਿਹੜੇ ਮਰਜ਼ੀ ਸਮੁੰਦਰ ਤਰ ਜਾਓ। ਇਹ ਸੰਸਾਰੀ ਸਮੁੰਦਰ ਨੂੰ ਭਵ ਸਾਗਰ ਨਹੀਂ ਕਿਹਾ। 5 ਵੱਡੀਆਂ ਬੁਰਾਈਆਂ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜਿਵੇਂ 5 ਤੱਤ ਨੇ, ਉਂਝ ਤਾਂ 102 ਤੱਤ ਨੇ ਇਸ ਵੇਲੇ ਸੰਸਾਰ 'ਚ, ਸਾਇੰਸਦਾਨਾਂ ਨੇ ਲੱਭ ਲਏ 102 ਤੱਤ, ਪਰ ਉਹ 105 ਤੱਤਾਂ ਦੀ ਬ੍ਰਾਂਚਾਂ ਨੇ ਅੱਗੇ। ਇਸ ਤਰ੍ਹਾਂ ਵੱਡੀਆਂ 5 ਬੁਰਾਈਆਂ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਬਾਕੀ ਸਾਰੀਆਂ ਬੁਰਾਈਆਂ ਇਹਨਾਂ 5 ਚੋਂ ਨਿਕਲੀਆਂ ਨੇ। ਬਾਕੀ ਸਾਰੀਆਂ ਬੁਰਾਈਆਂ ਇਹਨਾਂ 5 ਚੋਂ ਨਿਕਲੀਆਂ ਨੇ। ਇਹ 5 ਬੁਰਾਈਆਂ ਤੋਂ ਬਚ ਜਾਣਾ, ਇਹ ਹੈ ਭਵ ਸਾਗਰ ਤਰ ਜਾਣਾ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਬਚ ਕੇ ਜ਼ਿੰਦਗੀ ਜਿਉਂ ਜਾਣਾ, ਇਹ ਹੈ ਭਵ ਸਾਗਰ ਨੂੰ ਪਾਰ ਹੋ ਜਾਣਾ। ਇਹ ਕੌਣ ਤਰੇਗਾ? ਜਿਹੜਾ ਗੁਰੂ ਦੀ ਸਤ ਸੰਗਤ ਕਰਦਾ ਹੈ। ਸਤ ਮੈਨੇ ਸਦਾ ਰਹਿਣ ਵਾਲਾ ਪਰਮਾਤਮਾ ਦੀ। ਜੋ ਪਰਮਾਤਮਾ ਦੀ ਜਾਂ ਗੁਰੂ ਦੀ ਸੰਗਤ ਕਰਦਾ ਹੈ, ਉਹ ਇਸ ਭਵ ਸਾਗਰ ਨੂੰ ਤਰ ਜਾਂਦਾ ਹੈ। ਗੁਰ ਪ੍ਰਸਾਦ ਪਰਮ ਪਦ ਪਾਇਆ। ਫਿਰ ਉਸ 'ਤੇ ਗੁਰੂ ਦੀ ਹੋਈ ਦੀ ਕਿਰਪਾ। ਪਰਮ ਪਦਵੀ ਹੁੰਦੀ ਸਭ ਤੋਂ ਉੱਚੀ ਆਤਮਿਕ ਅਵਸਥਾ, ਜਿਹਨੂੰ ਬ੍ਰਹਮ ਗਿਆਨ ਕਹਿੰਦੇ ਨੇ। ਫਿਰ ਉਹਨੂੰ ਸਭ ਤੋਂ ਉੱਚੀ ਪਦਵੀ ਪ੍ਰਾਪਤ ਹੋ ਜਾਂਦੀ ਹੈ। ਆਤਮਿਕ ਅਵਸਥਾ, ਸਭ ਤੋਂ ਉੱਚੀ ਆਤਮਿਕ ਅਵਸਥਾ ਉਸਨੂੰ ਪ੍ਰਾਪਤ ਹੋ ਜਾਂਦੀ ਹੈ। ਉਹਦੀ ਹਾਲਤ ਕਿਹੋ ਜਿਹੀ ਹੈ? ਸੁੱਕੇ ਕਾਸ਼ਟ ਹਰਿਆ। ਜਿਵੇਂ ਸੁੱਕੀ ਲੱਕੜੀ ਹਰੀ ਭਰੀ ਹੋ ਜਾਏ। ਮਨ ਉਦਾਸ ਹੈ, ਮਨ 'ਚ ਚਿੰਤਾ ਹੈ, ਮਨ 'ਚ ਕਈ ਪ੍ਰਕਾਰ ਦਾ ਫਿਕਰ ਹੈ। ਜਦੋਂ ਫਿਰ ਪਰਮ ਪਦ ਦੀ ਪ੍ਰਾਪਤੀ ਦੇ ਮਨ ਹਮੇਸ਼ਾ ਹੀ ਆਨੰਦ 'ਚ ਰਹਿੰਦਾ, ਖਿੜੇ 'ਚ ਰਹਿੰਦਾ। ਐਂ ਜਿਵੇਂ ਸੁੱਕੀ ਲੱਕੜੀ ਹਰੀ ਹੋ ਗਈ ਹੋਵੇ। ਉਂਝ ਵੀ ਸੁੱਕੀ ਲੱਕੜੀ ਹਰੀ ਹੋ ਜਾਂਦੀ ਹੈ। ਰਾਜਾ ਸ਼ਿਵਨਾਭ ਦਾ ਬਾਗ 3 ਸਾਲ ਤੋਂ ਬਿਲਕੁਲ ਸੁੱਕਾ ਹੋਇਆ ਸੀ, ਪਰ ਮਾਲੀ ਫਿਰ ਵੀ ਉੱਥੇ ਰਹਿੰਦਾ ਸੀ। ਜਦੋਂ ਗੁਰੂ ਨਾਨਕ ਦੇਵ ਨੇ ਬਾਗ ਦੇ ਵਿੱਚ ਚਰਨ ਪਾਏ, ਬਾਗ ਨਾਲ ਦੀ ਨਾਲ ਸਾਰੇ ਹਰਿਆ ਭਰਿਆ ਹੋ ਗਿਆ, ਹਰਿਆ ਭਰਿਆ ਹੋ ਗਿਆ। ਮਾਲੀ ਨੇ ਕਿਹਾ ਕੋਈ ਖਾਸ ਕਿਸਮ ਦਾ ਹੀ ਸਾਧੂ ਆਇਆ ਹੈ, ਬਈ ਸ਼ਾਇਦ ਇਹ ਗੁਰੂ ਨਾਨਕ ਨਾ ਹੋਵੇ। ਉਹਨੇ ਰਾਜੇ ਨੂੰ ਕਿਹਾ ਮੈਨੂੰ ਐਂ ਲੱਗਦਾ ਵੀ ਗੁਰੂ ਨਾਨਕ ਆ ਗਏ ਹੈ। ਕਹਿੰਦੇ ਕੀ? ਤੈਨੂੰ ਕੀ ਪਤਾ? ਕਹੇ ਜੀ ਉਹ 2 ਸਾਧੂ ਆਏ ਨੇ। ਜਿਉਂ ਹੀ ਉਹ ਬਾਗ 'ਚੋਂ ਨਾ ਪੈਰ ਧਰਿਆ ਨਾ, ਬਾਗ ਸਾਰੇ ਦਾ ਸਾਰਾ ਹਰਿਆ ਭਰਿਆ ਹੋ ਗਿਆ। ਸੁੱਕੇ ਕਾਸ਼ਟ ਹਰਿਆ। ਇੱਥੇ ਭਾਵ ਹੈ ਅੰਦਰ ਮਨ ਜਿਹੜਾ ਹੈ ਉਦਾਸ ਹੈ, ਭਾਵੇਂ ਕਿੰਨਾ ਹੀ ਉਦਾਸ ਕਿਉਂ ਨਾ ਹੋਵੇ। ਜਦੋਂ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ, ਸੁੱਕੀ ਲੱਕੜੀ ਜਿਵੇਂ ਹਰੀ ਹੋ ਜਾਂਦੀ, ਐਂ ਸੁੱਕਿਆ ਹੋਇਆ ਉਦਾਸ ਮਨ ਹਰਿਆ ਭਰਿਆ ਖੇੜੇ 'ਚ ਆ ਜਾਂਦਾ। ਕਿਉਂਕਿ ਪਰਮਾਤਮਾ ਦੇ ਨਾਮ ਨੇ ਤਾਂ ਖੇੜਾ ਬਖਸ਼ਣਾ ਸਾਨੂੰ। ਪਰਮਾਤਮਾ ਨੂੰ ਕਹਿੰਦੇ ਪਰਮਾਨੰਦ। ਪਰਮਾਨੰਦ ਜੈਸਾ ਸੇਵੈ ਤੈਸੋ ਹੋਵੇ। ਜਿਹੋ ਜਿਹੜੇ ਤੁਸੀਂ ਯਾਦ ਕਰਦੇ ਰਹੋਗੇ, ਕਰਦੇ ਰਹੋਗੇ, ਕਰਦੇ ਰਹੋਗੇ, ਕਰਦੇ ਹੌਲੀ ਹੌਲੀ ਉਹੋ ਜਿਹੇ ਹੋ ਜਾਓਗੇ, ਉਹੋ ਜਿਹੇ ਹੋ ਜਾਓਗੇ। ਆ ਵਾਹਿਗੁਰੂ ਵਾਹਿਗੁਰੂ ਕਰਦੇ ਕਿਆ ਮਤਲਬ ਹੈ? ਵੀ ਵਾਹਿਗੁਰੂ 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 ਕਰਦਾ ਬੰਦਾ ਇੱਕ ਦਿਨ ਵਾਹਿਗੁਰੂ ਵਰਗਾ ਹੋ ਜਾਂਦਾ। ਜਦੋਂ ਅਸੀਂ ਵਾਹਿਗੁਰੂ ਵਰਗੇ ਹੋਵਾਂਗੇ ਤਾਂ ਵਾਹਿਗੁਰੂ ਨਾਲ ਸਾਡਾ ਮੇਲ ਹੋਵੇਗਾ। ਇਹ ਨਾ ਉਹਨਾਂ ਚਿਰ ਮੇਲ ਨਹੀਂ ਹੁੰਦਾ।
ਜਿਨ੍ਹਾਂ 'ਚ ਅਸੀਂ ਉਹਦੇ ਵਰਗੇ ਨਹੀਂ ਹੁੰਦੇ। ਜਾਂ ਤਾਂ ਘਰ ਵਾਲੇ ਵਰਗੀ ਹੋ ਜੇ, ਇੱਕੋ ਜਿਹਾ ਸੁਭਾਅ ਹੋ ਜੇ, ਜਾਂ ਘਰ ਵਾਲਾ ਉਹਦੇ ਵਰਗਾ ਹੋ ਜੇ ਤਾਂ ਹੀ ਨਿਭੂ ਨਾ। ਅਤੇ ਜੇ ਉਹਦਾ ਸੁਭਾਅ ਹੋਰ ਹੈ, ਉਹਦਾ ਹੋਰ ਹੈ, ਨਹੀਂ ਨਿਭਦੀ। ਸਾਡੀ ਅਤੇ ਪਰਮਾਤਮਾ ਦੀ ਕਿਉਂ ਨਹੀਂ ਨਿਭਦੀ? ਪਰਮਾਤਮਾ ਨੇ ਤਾਂ ਸਾਡੇ ਵਰਗਾ ਨਹੀਂ ਹੋਣਾ, ਇਹ ਤਾਂ ਖਿਆਲ ਛੱਡ ਦਿਓ। ਅਸੀਂ ਮੀਆਂ ਬੀਬੀ ਤੇ ਇੱਕ ਦੂਜੇ ਵਰਗੇ ਮਜਬੂਰੀ 'ਚ ਹੋ ਸਕਦੇ ਹਾਂ। ਕਈ ਵਾਰੀ ਮਜਬੂਰੀ 'ਚ ਵੀ ਦੂਜੇ ਵਰਗਾ ਹੋਣਾ ਪੈਂਦਾ, ਵੀ ਕਾਹਨੂੰ ਘਰ 'ਚ ਟੁੱਟ ਫੁੱਟ ਕਰਨੀ ਹੈ, ਕਾਹਨੂੰ ਲੋਕਾਂ ਨੂੰ ਤਮਾਸ਼ਾ ਵਿਖਾਉਣਾ ਘਰ ਦਾ, ਵੀ ਚਲੋ ਥੋੜ੍ਹੇ ਜਿਹੇ ਆਪਣਾ ਥੋੜ੍ਹੇ ਢੈਲੇ ਹੋ ਜਾਓ, ਲੰਘਾ ਲਓ ਸਮਾਂ ਆਪਸ ਹੋ। ਪਰਮਾਤਮਾ ਨੇ ਸਾਡੇ ਵਰਗਾ ਨਹੀਂ ਹੋਣਾ, ਇਹ ਖਿਆਲ ਰੱਖਣਾ। ਅਸੀਂ ਹੀ ਪਰਮਾਤਮਾ ਵਰਗੇ ਹੋਣਾ ਹੈ। ਅਤੇ ਉਹਦੇ ਵਰਗੇ ਹੋਣ ਦਾ ਸਭ ਤੋਂ ਸੌਖਾ ਢੰਗ ਗੁਰਬਾਣੀ ਕਿਹਾ, ਉਹਦਾ ਨਾਮ ਜਪੀ ਜਾਓ। ਵਾਹਿਗੁਰੂ 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 ਕਰਦਾ ਕਰਦਾ ਬੰਦਾ ਵਾਹਿਗੁਰੂ ਦਾ ਰੂਪ ਹੋ ਜਾਂਦਾ। ਤੂੰ ਤੂੰ ਕਰਤਾ ਤੂੰ ਭਇਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਤੂੰ ਤੂੰ ਕਰਦਾ ਤੂੰ ਦਾ ਰੂਪ ਹੋ ਗਿਆ। ਮੈਂ ਰਾਂਝਾ ਰਾਂਝਾ ਕਰਦੀ ਨਹੀਂ, ਮੈਂ ਆਪੇ ਰਾਂਝਾ ਹੋਈ, ਸੱਦੋ ਨਹੀਂ ਮੈਨੂੰ ਧੀਦੋ ਰਾਂਝਾ, ਹੀਰ ਨਾ ਆਖੇ ਕੋਈ। ਹੀਰ ਕਹਿੰਦੇ ਮੈਂ ਰਾਂਝਾ 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 ਕਰਦੀ ਕਦੇ ਰਾਂਝੇ ਦੇ ਰੂਪ ਹੋ ਗਈ ਹਾਂ, ਹੁਣ ਮੈਨੂੰ ਹੀਰ ਨਾ ਕੋਈ ਕਹੋ, ਮੈਨੂੰ ਰਾਂਝਾ ਹੀ ਕਹੋ। ਗਿਆਨੀ ਜਦੋਂ ਪੜ੍ਹੀ, ਚਲੋ ਕਵਿਤਾ ਦੇ ਤੌਰ 'ਤੇ ਲੈ ਲਈ। ਜਦੋਂ ਫਿਰ ਗੁਰਬਾਣੀ ਪੜ੍ਹੀ, ਮੈਂ ਉਹ ਵਾਕਈ ਐਸੀ ਅਵਸਥਾ 'ਤੇ ਪਹੁੰਚ ਜਾਂਦਾ ਬੰਦਾ। ਹੁਣ ਜਿਹੜੇ ਭਗਤ ਨੇ, ਸੰਤ ਮਾਤਾ, ਵਾਹਿਗੁਰੂ 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 ਕਰਦੇ, ਇੱਕ ਦਿਨ ਵਾਹਿਗੁਰੂ ਵਰਗੇ ਹੋ ਜਾਂਦੇ ਨੇ। ਅਤੇ ਜਦੋਂ ਵਾਹਿਗੁਰੂ ਵਰਗੇ ਦੇ, ਫਿਰ ਵਾਹਿਗੁਰੂ ਅਤੇ ਉਹਨਾਂ 'ਚ ਕੋਈ ਫਰਕ ਨਹੀਂ ਰਹਿੰਦਾ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਫਿਰ ਨਹੀਂ ਫਰਕ ਰਹਿੰਦਾ। ਮੇਲ ਹੁੰਦਾ ਹੀ ਉਦੋਂ ਹੈ ਜਦੋਂ ਸੁਭਾਵਾਂ ਦਾ ਮੇਲ ਹੋ ਜਾਏ। ਸਰੀਰ ਤੇ ਅੱਡ ਅੱਡ ਹੀ ਰਹਿਣੇ ਨੇ। ਏਕ ਜੋਤ ਦੋਏ ਮੂਰਤੀ, ਮੂਰਤੀਆਂ ਦੋ ਹੀ ਰਹਿਣਗੀਆਂ। ਸਰੀਰ ਅਤੇ ਸਰੂਪ ਤੇ ਦੋ ਹੀ ਰਹਿਣਗੇ। ਅੰਦਰ ਜੋਤ ਇੱਕ ਹੋ ਜਾਏਗੀ, ਪਰ ਵਿਚਾਰ ਇੱਕੋ ਜਿਹੇ ਹੋ ਜਾਣਗੇ। ਜਦੋਂ ਵਿਚਾਰ ਇੱਕੋ ਜਿਹੇ ਹੋ ਜਾਣ, ਸਰੀਰ ਤੇ ਦੋ ਹੀ ਰਹਿਣੇ ਨੇ। ਜਦੋਂ ਇੱਕੋ ਜਿਹੇ ਵਿਚਾਰ ਹੁੰਦੇ, ਫਿਰ ਆਪਸੀ ਮੇਲ ਅਸਲ 'ਚ ਹੁੰਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਫਿਰ ਕਹਿੰਦੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ, ਮਨੁੱਖ ਪਰਮ ਪਦ ਨੂੰ ਪ੍ਰਾਪਤ ਹੋ ਜਾਂਦਾ ਹੈ, ਸੁੱਕਿਆ ਹੋਇਆ ਮਨ ਹਰਿਆ ਭਰਿਆ ਹੋ ਜਾਂਦਾ ਹੈ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਈ ਨਾ ਕਿਸ ਕੀ ਧਰਿਆ। ਜਨਨ ਜਨਨੀ ਪਾ ਮਾਂ, ਪਿਤਾ ਲੋਕ, ਸੁਤ ਹੁੰਦਾ ਪੁੱਤਰ, ਹਿੰਦੀ ਦਾ ਸ਼ਬਦ ਹੈ ਸੁਤ ਪੁੱਤਰ, ਬਨਿਤਾ ਵੀ ਹਿੰਦੀ ਦਾ ਸ਼ਬਦ ਹੈ ਪਤਨੀ। ਧਰਿਆ ਮੈਨੇ ਆਸਰਾ, ਕਿ ਮਾਂ ਬਾਪ ਲੋਕ ਪੁੱਤਰ ਪਤਨੀ, ਕੋਈ ਕਿਸੇ ਦਾ ਸਦਾ ਲਈ ਆਸਰਾ ਨਹੀਂ ਹੈਗਾ। ਇਹ ਉਹਨਾਂ ਚਿਰ ਹੀ ਆਸਰਾ ਨੇ ਜਿੰਨਾ ਚਿਰ ਜਿਉਂਦੇ ਨੇ, ਅਤੇ ਕਈ ਤਾਂ ਜਿਉਂਦੇ ਹੀ ਛੱਡ ਕੇ ਚਲੇ ਜਾਂਦੇ ਨੇ। ਬੜਿਆਂ ਦੇ ਬੱਚੇ ਨੇ ਜਿਹੜੇ ਮਾਂ ਪਿਓ ਨੂੰ ਜਿਉਂਦੇ ਰੁੱਸ ਕੇ ਹੋਰ ਕਰਕੇ ਲੜ ਪਿੜ ਕੇ ਛੱਡ ਜਾਂਦੇ ਨੇ, ਬੜੇ ਨੇ। ਇਸ ਲਈ ਕਿਸੇ 'ਤੇ ਇਹ ਉਮੀਦ ਰੱਖਣੀ ਕਿ ਅੰਤਲੇ ਸਮੇਂ ਮੇਰੀ ਸਹਾਇਤਾ ਕਰੇਗਾ, ਮੂਰਖਤਾ ਹੈ। ਪਤਾ ਨਹੀਂ ਕਿੰਨੇ ਕਰ ਜਾਣੀ। ਜਿਸ 'ਤੇ ਤੁਸੀਂ ਉਮੀਦ ਰੱਖੀ ਅੰਤਲੇ ਸਮੇਂ ਮੇਰੀ ਸਹਾਇਤਾ ਕਰੇ, ਹੋ ਸਕਦਾ ਤੁਹਾਡੇ ਤੋਂ ਪਹਿਲੇ ਮਰ ਜੇ। ਇੱਕ ਹੋ ਸਕਦਾ ਉਹਦੀ ਕਿਤੇ ਦੂਰ ਕਿਤੇ ਚਲਿਆ ਜਾਵੇ, ਉਹ ਸ਼ਹਿਰ ਹੀ ਛੱਡ ਕੇ ਕਿਤੇ ਚਲਿਆ ਜਾਵੇ। ਹੋ ਸਕਦਾ ਉਹ ਆਪ ਹੀ ਵਿਚਾਰਾ ਬਿਮਾਰ ਹੋ ਜਾਏ, ਸੇਵਾ ਕਰਨ ਜੋਗਾ ਹੀ ਨਾ ਰਹੇ, ਅਤੇ ਫਿਰ ਕਿੰਨਾ ਦੁੱਖ ਹੋਏਗਾ ਇਹ ਸੋਚ ਕੇ ਵੀ ਮੈਂ ਤਾਂ ਇਸੇ ਆਸ ਲਾਈ ਸੀ, ਉਹ ਲੈ ਵੇ। ਨਹੀਂ, ਪਰਮਾਤਮਾ 'ਤੇ ਆਸ ਰੱਖਣੀ ਕਿ ਮੈਂ ਪਰਮਾਤਮਾ ਦਾ ਬੱਚਾ ਹਾਂ, ਪਰਮਾਤਮਾ ਨੇ ਮੈਨੂੰ ਇਸ ਸੰਸਾਰ 'ਤੇ ਭੇਜਿਆ ਹੈ, ਉਹੀ ਮੈਨੂੰ ਪਾਲਣ ਵਾਲਾ ਹੈ, ਉਹੀ ਸਭ ਕੁਝ ਪ੍ਰਬੰਧ ਕਰੇਗਾ। ਪਰਮਾਤਮਾ ਨੇ ਸਬੱਬ ਬਣਾਉਣਾ ਹੁੰਦਾ, ਸਿੱਧਾ ਨਹੀਂ ਕਿਸੇ ਨੂੰ ਪਾਲਣਾ। ਪਰਮਾਤਮਾ ਸਿੱਧੀ ਸਾਨੂੰ ਰੋਟੀ ਨਹੀਂ ਦਿੰਦਾ, ਨਾ ਕੋਈ ਸਿੱਧਾ ਮਕਾਨ ਕੱਪੜਾ ਦਿੰਦਾ, ਉਹ ਸਬੱਬ ਬਣਾਉਂਦਾ ਹੈ। ਉਹਨੇ ਆਪੇ ਸਬੱਬ ਬਣਾਉਣਾ। ਭਜਨ ਬੰਦਗੀ ਕਰਦੇ ਰਹੀਦਾ, ਕੱਲ੍ਹ ਦੀ ਚਿੰਤਾ ਨਹੀਂ ਕਰੀਦੀ ਹੁੰਦੀ, ਕੱਲ੍ਹ ਨੂੰ ਕੀ ਹੋਵੇਗਾ ਉਹਦੇ ਕਿਸੇ ਨੂੰ ਵੀ ਨਹੀਂ ਪਤਾ, ਕੱਲ੍ਹ ਨੂੰ ਕੀ ਹੋਏਗਾ। ਹੋਣਾ ਤਾਂ ਉਹੀ ਜੋ ਪਰਮਾਤਮਾ ਨੇ ਚਾਹੁਣਾ, ਸਾਡੇ ਅਨੁਸਾਰ ਤਾਂ ਹੋਣਾ ਨਹੀਂ ਹੈ। ਪਰਮਾਤਮਾ ਕਹਿੰਦੇ ਉਹ ਕੁਛ ਕਰਦੇ, ਚਿੱਤ ਨਾ ਚਿਤੈਨੀ, ਜੋ ਸਾਡੇ ਚਿੱਤ ਚੇਤੇ ਨੇ ਪਰਮਾਤਮਾ ਨੇ ਉਹ ਕਰ ਦੇਣਾ ਹੈ। ਪਰਮਾਤਮਾ ਨੇ ਸਾਡੇ ਕਹੇ ਅਨੁਸਾਰ ਨਹੀਂ ਚੱਲਣਾ, ਉਹਨੇ ਆਪਣੀ ਮਰਜ਼ੀ ਕਰਨੀ ਬਸ। ਅਤੇ ਉਹਦੀ ਮਰਜ਼ੀ ਅੱਗੇ ਸਾਡੀ ਕੋਈ ਪੇਸ਼ ਨਹੀਂ ਜਾਂਦੀ, ਸਾਡੀ ਕੋਈ ਪੇਸ਼ ਨਹੀਂ ਜਾਂਦੀ।
ਇਸ ਲਈ ਪਰਮਾਤਮਾ ਨੇ ਕੱਲ੍ਹ ਨੂੰ ਸਾਡੇ ਨਾਲ ਕੀ ਕਰ ਦੇਣਾ ਸਾਨੂੰ ਕੋਈ ਪਤਾ ਨਹੀਂ ਹੈ। ਤਾਂ ਕਹਿੰਦੇ ਬਈ ਜਾਣਾ ਚਾਹੁੰਦਾ ਸੀ ਪੂਰਬ ਨੂੰ, ਪੱਛਮ ਹੀ ਲੈ ਜਾਤ, ਮਤਾ ਕਰੈ ਪੱਛਮ ਕਹਿ ਤਾਈ, ਪੂਰਬ ਹੀ ਲੈ ਜਾਤ। ਮਨੁੱਖ ਜਾਂਦਾ ਮੈਂ ਪੱਛਮ ਨੂੰ ਜਾਣਾ, ਪਰਮਾਤਮਾ ਸਵੇਰੇ ਪੂਰਬ ਨੂੰ ਲੈ ਜਾਂਦਾ। ਰਹਿ ਗਿਆ ਨਾ ਮਤਾ ਵਿੱਚ ਹੀ। ਆਮ ਪਿੰਡ ਕਿਹਾ ਉਹਨੇ ਰਾਤ ਨੂੰ ਹੀ ਸਲਾਹਾਂ ਕਰੀ ਦੀਆਂ, ਹੋਏ ਸਵੇਰੇ ਕਰ ਲਾਂਗੇ। ਕਈ ਵਾਰੀ ਰਾਤ ਨੂੰ ਬਹਿ ਕੇ ਸਲਾਹ ਕਰੀ ਕੱਲ੍ਹ ਨੂੰ ਪਾਕ ਕਰਾਂਗੇ, ਬਾਪਾ ਉਹ ਛੱਡੋ ਰਾਤ ਨੂੰ ਸਲਾਹਾਂ ਕਰੀ ਦੀਆਂ, ਸਵੇਰੇ ਕਰ ਲਾਂਗੇ। ਬਾਅਦ ਸਮਝ ਆਏ ਵੀ ਕਿਉਂ ਨਹੀਂ ਰਾਤ ਨੂੰ ਕਰਨੀ, ਵੀ ਪਤਾ ਨਹੀਂ ਸਵੇਰੇ ਪਰਮਾਤਮਾ ਨੇ ਕੀ ਕਰ ਦੇਣਾ। ਜਿਹੜੀ ਅਸੀਂ ਸਲਾਹ ਕੀਤੀ ਉਹਨੇ ਮੰਨਣੀ ਕਿ ਨਹੀਂ ਮੰਨਣੀ। ਹਾਂ ਵੱਡੇ ਹੋ ਕੇ ਪਤਾ ਲੱਗਿਆ ਵੀ ਗੱਲ ਤਾਂ ਠੀਕ ਕਹਿੰਦੇ। ਕਹਿ ਚਲੋ ਚਲੋ ਰਾਤ ਨੂੰ ਸਲਾਹ ਕਰਨ ਦੀ ਲੋੜ ਨਹੀਂ, ਸਵੇਰੇ ਕਰਾਂਗੇ। ਵੀ ਸਵੇਰ ਤੱਕ ਪਤਾ ਨਹੀਂ ਕੀ ਹੋ ਜਾਣਾ। ਇਸ ਲਈ ਸਾਡਾ ਕੰਮ ਹੈ, ਜੇ ਤੁਸੀਂ ਬੜੇ ਧਿਆਨ ਨਾਲ ਬਾਣੀ ਪੜ੍ਹੋਗੇ ਤੁਹਾਨੂੰ ਸਮਝ ਆ ਜਾਏਗੀ ਕਿ ਚਿੰਤਾ ਨਹੀਂ ਕਰਨੀ, ਬਸ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਬਸ। ਬਾਕੀ ਜੋ ਹੋ ਰਿਹਾ ਉਹ ਤਾਂ ਹੁਕਮ ਨਾਲ ਉਹਦੇ ਨਾਲ ਹੋਣਾ, ਜੋ ਹੋਣਾ ਉਹਦੇ ਹੁਕਮ ਨਾਲ ਹੋਣਾ, ਉਹਦੇ ਹੁਕਮ ਤੋਂ ਬਿਨਾਂ ਕੁਛ ਨਹੀਂ ਹੋਣਾ। ਅੱਜ ਤੁਸੀਂ ਦੇਖ ਲਓ, ਹੁਣ ਕਿਸਾਨ ਬੈਠੇ ਨੇ, ਮੈਂ ਕੋਈ ਭਵਿੱਖਬਾਣੀ ਨਹੀਂ ਕਰ ਸਕਦਾ, ਪਰ ਮੈਨੂੰ ਹੋਣਾ ਉਹੀ ਹੈ ਜੋ ਭਗਵਾਨ ਨੇ ਚਾਹੁਣਾ। ਮੰਨੀ ਜਾਂਦੀ ਹੈ ਕਿ ਨਹੀਂ ਮੰਨੀ ਜਾਂਦੀ, ਇਹ ਅੱਲਾ ਜਾ ਹੁਣ ਭਗਵਾਨ ਨੂੰ ਪਤਾ। ਹੁਣ ਦੋਨੋਂ ਤੇ ਅੜੀਆਂ ਹੋਈਆਂ ਨੇ, ਅੜੀਆਂ ਨੇ ਕਿ ਨਹੀਂ, ਪਰ ਉਹੀ ਹੋਣਾ ਜੋ ਭਗਵਾਨ ਨੂੰ ਮਨਜ਼ੂਰ ਹੈ। ਇਸ ਲਈ ਕੋਈ ਪਤਾ ਨਹੀਂ ਕੀ ਹੋਣਾ, ਕੀ ਫੈਸਲਾ, ਕੋਈ ਗਰੰਟੀ ਨਾਲ ਨਹੀਂ ਕਹਿ ਸਕਦਾ। ਇਹ ਤਾਂ ਕੋਈ ਪਤਾ ਨਹੀਂ ਕੱਲ੍ਹ ਨੂੰ ਕੀ ਹੋ ਜਾਣਾ ਹੈ। ਇਸ ਲਈ ਆਪਣਾ ਵਾਹਿਗੁਰੂ 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 ਕਰੀ ਜਾਈਦਾ ਅਤੇ ਆਪਣਾ ਜਿਹੜਾ ਕਿਰਤ ਕਰੀ ਜਾਈਦੀ ਹੈ। ਕਿਰਤ ਕਰਨ ਦਾ ਇੱਕ, ਨਾਮ ਜਪਣ ਦਾ ਦੋ, ਸਾਨੂੰ ਹੁਕਮ ਨੇ। ਤੀਜਾ ਜਿਹੜਾ ਉਹਨੇ ਕਿਹਾ ਭਾਈ ਵੰਡ ਕੇ ਛਕਣਾ ਹੈ, ਲੋੜਵੰਦਾਂ ਦੀ ਸਹਾਇਤਾ ਕਰਨੀ। ਜੇ ਅਸੀਂ ਇਹਨਾਂ ਸਿਧਾਂਤਾਂ ਵੰਡ ਕੇ ਛਕਣਾ ਤਾਂ ਹੀ ਉਹ ਲੱਖਾਂ ਬੰਦੇ ਬੈਠੇ ਨੇ ਉੱਤੇ, ਬੈਠੇ ਕਿ ਨਹੀਂ। ਮਗਰੋਂ ਲੋਕਾਂ ਨੇ ਕਿਸੇ ਚੀਜ਼ ਦੀ ਕਮੀ ਨਹੀਂ ਉਹਨਾਂ ਕੋਲ। ਜੇ ਕਹਿੰਦੇ ਰਜਾਈਆਂ ਚਾਹੀਦੀਆਂ, ਰਾਤੇ ਰਜਾਈਆਂ, ਇੱਥੋਂ ਤੱਕ ਜਰਾਬਾਂ ਕੀ, ਕੰਬਲ ਕੀ, ਬਰੇਣਾ ਕੀ, ਪੱਗਾਂ ਕੀ, ਸਭ ਕੁਝ ਸੰਗਤ ਭੇਜੀ ਜਾ ਰਹੀ ਹੈ। ਭੇਜੀ ਜਾ ਰਹੀ ਕਿਉਂ? ਸਾਨੂੰ ਸਿਧਾਂਤ ਦਿੱਤਾ ਵੰਡ ਕੇ ਛਕਣਾ, ਲੋੜਵੰਦਾਂ ਦੀ ਸਹਾਇਤਾ ਕਰਨੀ। ਇਸ ਲਈ ਕੌਮ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣ ਦੇਵੇਗੀ। ਸਾਡੀ ਕੌਮ ਦੀ ਕੁਝ ਖੂਬੀਆਂ ਨੇ ਜਿਸ ਨੂੰ ਬਾਕੀ ਵੀ ਮੰਨਦੇ ਨੇ। ਵੀ ਕਿਤੇ ਲੰਗਰ ਲਾਉਣ 'ਚ ਕੋਈ ਦਵੈਤ ਨਹੀਂ ਰੱਖਦੇ ਹੈ। ਕਿਤੇ ਵੀ ਭੁੱਖਮਰੀ ਪੈ ਗਈ, ਕਿਤੇ ਭੁਚਾਲ ਆ ਗਿਆ, ਕਿਤੇ ਹੜ੍ਹ ਆ ਗਿਆ, ਉੱਥੇ ਹੀ ਜਾ ਕੇ ਲੰਗਰ ਲਾਉਂਦੇ। ਉਹ ਪਾਣੀ ਜਿੱਥੇ ਉੱਥੋਂ ਦੇ ਲੋਕ ਉਹਨਾਂ ਨੂੰ ਤਿਆਰ ਨੇ, ਇਹ ਖਾਲਸਾ ਏਡ ਵਾਲੇ ਦੂਜੇ ਲੋਕ ਉੱਥੇ ਜਾ ਵੜਦੇ, ਉੱਥੇ ਪਹੁੰਚਾਉਂਦੇ। ਹਾਂ, ਇਹ ਗੁਰੂ ਨਾਨਕ ਦੀ ਬਖਸ਼ਿਸ਼ ਹੈ ਕੌਮ 'ਤੇ, ਇਸ ਤਰ੍ਹਾਂ ਬੜੀ ਰਹੇ। ਇਸ ਲਈ ਜੇ ਉਹਨਾਂ ਨੂੰ ਉੱਥੇ ਇੰਨੀ ਠੰਡ ਦੇ ਵਿੱਚ ਸਭ ਕੁਛ ਪਹੁੰਚ ਰਿਹਾ ਹੈ ਤਾਂ ਤੁਸੀਂ ਇੱਥੇ ਜੇ ਭਜਨਬੰਦੀ ਕਰੋਗੇ ਤੁਹਾਨੂੰ ਕਿਉਂ ਨਹੀਂ ਪਹੁੰਚੇਗਾ? ਤੁਹਾਨੂੰ ਕਿਉਂ ਨਹੀਂ ਪਹੁੰਚੇਗਾ? ਬਸ ਸਾਡੀ ਢਿੱਲ ਮੈਂ ਦੇਖੇ ਇੱਕੋ ਹੀ ਹੈ, ਭਜਨਬੰਦੀ ਢਿੱਲ ਹੈ। ਇੱਥੇ ਐਂ ਲੱਗੂਗਾ ਆਪਾਂ ਨੇ ਜਾਂਦੇ ਚੱਕ ਫਟੇ ਦੇਣੇ ਨੇ। ਹਾਂਜੀ ਹਾਂ, ਵੀ ਵਾਕਈ ਲੱਗ ਜਾ ਭਜਨਬੰਦੀ ਕਰ। ਉਹ ਕਰ ਹੇਠਾਂ ਕਾਲਯੁਗ ਬੈਠੇ ਕਹਿੰਦਾ ਆਉਣ ਦੇ ਬਾਬਾ ਜੀ, ਤੂੰ ਵੀ ਆ ਜਾਈ ਅਤੇ ਇਹਨਾਂ ਨੂੰ ਵੀ ਆਉਣ ਦੇ, ਮੈਂ ਹੁਣੇ ਹੀ ਭੁਲਾ ਦਿੰਦਾ ਸਭ ਕੁਛ। ਇਹਨਾਂ ਆਹ ਟੀ ਵੀ ਲਾ ਲੈਣਗੇ ਅਤੇ ਉੱਥੇ ਦੇਖੀ ਜਾਣਗੇ, ਜਦ ਵਿੱਚ ਰਾਤ ਪੈ ਰੋਟੀ ਕਰਕੇ ਸੌਂ ਜਾਣਗੇ। ਹਾਂਜੀ, ਸੋ ਇਸ ਲਈ ਭਜਨਬੰਦੀ ਕਰੋ ਡਟ ਕੇ, ਚਿੰਤਾ ਨਾ ਕਰੋ, ਆਪਣੀ ਕਿਰਤ ਕਰਦੇ ਰਹੋ। 10-9 ਦੀ ਕਿਰਤ ਕਰੋ, ਕੋਈ ਠੱਗੀ ਠੋਰੀ ਹੇਰਾ ਫੇਰੀ ਕੁਛ ਨਹੀਂ ਕਰਨੀ, ਆਪਣੀ ਕਿਰਤ ਕਰਨੀ। ਕੋਈ ਚੋਰੀ ਨਹੀਂ ਕਰਨੀ, ਕੋਈ ਡਾਕਾ ਨਹੀਂ ਮਾਰਨਾ, ਕੋਈ ਮਿਲਾਵਟ ਨਹੀਂ ਕਰਨੀ, ਕੋਈ ਧੋਖਾਧੜੀ ਨਹੀਂ ਕਰਨੀ, ਕੋਈ ਰਿਸ਼ਵਤ ਨਹੀਂ ਲੈਣੀ, ਕਿਸੇ ਦਾ ਮਕਾਨ ਨਹੀਂ ਦੱਬਣਾ, ਪਲਾਟ ਨਹੀਂ ਦੱਬਣਾ, ਕਿਸੇ ਦਾ ਕੋਈ ਨੁਕਸਾਨ ਨਹੀਂ ਕਰਨਾ। ਆਪਣੀ ਕਿਰਤ ਕਰੋ, ਨਾਮ ਜਪੋ ਅਤੇ ਲੋੜਵੰਦਾਂ ਦੀ ਸਹਾਇਤਾ ਕਰੋ ਜਿੰਨੇ ਜੋਗੇ ਤੁਸੀਂ ਹੈਗੇ। ਪਰਮਾਤਮਾ ਫਿਰ ਬਰਕਤ ਪਾਉਂਦਾ ਹੈ, ਕਿਉਂਕਿ ਸਾਰੇ ਪਰਮਾਤਮਾ ਦੇ ਬੱਚੇ ਨੇ। ਅਤੇ ਜਦੋਂ ਅਸੀਂ ਆਪਸ ਵਿੱਚ ਭੈਣ ਭਰਾ ਹੋਏ ਨਾ, ਆਪਾਂ ਸਾਰੇ ਪਰਮਾਤਮਾ ਦੇ ਬੱਚੇ ਹਾਂ, ਪਰਮਾਤਮਾ ਦੇ ਬੱਚੇ, ਫਿਰ ਅਸੀਂ ਆਪਸ ਭੈਣ ਭਰਾ ਹੋਏ ਨਾ, ਅਤੇ ਇੱਕ ਭਰਾ ਦੂਜੇ ਭਰਾ ਦਾ ਨੁਕਸਾਨ ਕਰਦਾ ਤਾਂ ਕੀ ਬਾਪ ਖੁਸ਼ ਹੋਵੇਗਾ? ਤੁਸੀਂ ਆਪ ਹੀ ਸੋਚੋ। ਤੁਹਾਡੇ 5 ਬੱਚੇ ਨੇ, ਇੱਕ ਬੱਚਾ ਤੁਹਾਡਾ ਜਿਹੜਾ ਦੂਜੇ ਦਾ ਭਰਾ ਨੁਕਸਾਨ ਕਰ ਰਿਹਾ ਤਾਂ ਤੁਸੀਂ ਉਸ ਨਾਲ ਨਾਰਾਜ਼ ਹੋਵੋਗੇ ਵੀ ਤੂੰ ਇਹ ਗਲਤ ਕੰਮ ਕਰਦਾ ਹੈ। ਇਸ ਤਰ੍ਹਾਂ ਪਰਮਾਤਮਾ ਸਾਡਾ ਪਿਤਾ ਹੈ, ਅਸੀਂ ਉਹਦੇ ਬੱਚੇ ਹਾਂ। ਉਹ ਚਾਹੁੰਦੇ ਤੁਸੀਂ ਰਲ ਮਿਲ ਕੇ ਰਹੋ, ਇੱਕ ਦੂਜੇ ਦੀ ਸਹਾਇਤਾ ਕਰੋ, ਤੁਸੀਂ ਆਪਸ 'ਚ ਲੜੋ ਨਾ, ਇੱਕ ਦੂਜੇ ਨੂੰ ਨੁਕਸਾਨ ਨਾ ਕਰੋ। ਅਤੇ ਜਦੋਂ ਅਸੀਂ ਕਰਦੇ ਫਿਰ ਪਰਮਾਤਮਾ ਨਾਰਾਜ਼ ਹੁੰਦਾ, ਅਤੇ ਜਦੋਂ ਪਰਮਾਤਮਾ ਨਾਰਾਜ਼ ਹੁੰਦਾ ਫਿਰ ਸਾਡਾ ਕੀ ਕੱਖ ਰਹਿਣਾ? ਕੁਛ ਵੀ ਨਹੀਂ ਰਹਿਣਾ।
ਨਦਰ ਪੱਠੀ ਜੇ ਕਰੇ, ਸੁਲਤਾਨਾ ਘਾਹ ਕਰਾਇੰਦਾ, ਭਿੱਖ ਮੰਗਣ ਦਰ ਮੰਗਣ ਭਿੱਖ ਨਾ ਪਾਇੰਦਾ। ਜੇ ਪਰਮਾਤਮਾ ਆਪਣੀ ਨਜ਼ਰ ਦੂਜੀ ਤਰ੍ਹਾਂ ਕਰ ਲੈਣਾ, ਕਹਿੰਦਾ ਕਿਸੇ ਨੇ ਘਾਹ ਹੀ ਬਣਾ ਦੇਣਾ ਹੈ, ਕਿਸੇ ਨੇ ਜਿਹੜਾ ਹੈ ਕੱਖ ਨਹੀਂ ਦੇਣਾ, ਮੰਗਣਗੇ ਭਿੱਖਿਆ ਵੀ ਨਹੀਂ ਪਾਣੀ ਹੈ। ਇਸ ਲਈ ਉਹਦੀ ਨਜ਼ਰ ਸਵੱਲੀ ਚਾਹੀਦੀ ਹੈ। ਕਿਰਤ ਕਰਨਾ, ਨਾਮ ਜਪਣਾ, ਵੰਡ ਕੇ ਛਕਣਾ, ਇਹਨਾਂ ਤਿੰਨਾਂ ਗੱਲਾਂ 'ਤੇ ਪਹਿਰਾ ਦੇਣਾ। ਬਸ ਨਾਮ ਜਪੀ ਬਸ ਆਪੇ ਸਭ ਪਰਮਾਤਮਾ ਬਰਕਤਾਂ ਪਾਵੇਗਾ। ਸੋ ਗੁਰੂ ਮਹਾਰਾਜ ਕਹਿੰਦੇ, ਜਨਨ ਪਿਤਾ ਲੋਕ ਸੁਤ ਬੰਤਾ, ਕੋਈ ਨਾ ਕਿਸ ਕੀ ਧਰਿਆ। ਇਹਨਾਂ 'ਚ ਕਿਸੇ ਦਾ ਤੂੰ ਆਸਰਾ ਨਾ ਲੈ, ਇਹ ਤੇਰਾ ਆਸਰਾ ਨਹੀਂ ਹੈਗੇ। ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਸੰਭਾਹੇ ਹੁੰਦਾ ਪਹੁੰਚਾਉਣਾ, ਸਿਰ ਸਿਰ ਹੁੰਦਾ ਹਰ ਇੱਕ ਦੇ ਕੋਲ। ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਹੇ ਮਨ 'ਚ ਕਿਉਂ ਡਰਦਾ? ਭਉ ਹੁੰਦਾ ਡਰ। ਮਨ ਵਿੱਚ ਕਿਉਂ ਡਰਦਾ ਹੈ? ਪਰਮਾਤਮਾ ਹਰ ਇੱਕ ਦੇ ਕੋਲ ਰਿਜ਼ਕ ਪਹੁੰਚਾਉਂਦਾ ਹੈ। ਇੱਥੇ ਭਾਵੇਂ ਨਹੀਂ ਲਿਖਿਆ ਕਿ ਉਹਦੇ ਕੋਲ ਪਹੁੰਚਾਉਂਦਾ ਹੈ ਜਿਹੜਾ ਭਜਨ ਬੰਦਗੀ ਕਰਦਾ ਹੈ, ਕਿਉਂ ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ। ਇਹ ਨਹੀਂ ਕਿਹਾ ਪਰਮਾਤਮਾ ਸਾਰਿਆਂ ਦੇ ਕਾਰਜ ਸਵਾਰਦਾ, ਇਹ ਨਹੀਂ ਕਿਹਾ। ਇਹ ਖਿਆਲ ਰੱਖਣਾ, ਜੇ ਤੱਕ ਇਹ ਪਰਮਾਤਮਾ ਸਭ ਦੇ ਕਾਰਜ ਸਵਾਰਦਾ, ਫਿਰ ਤਾਂ ਭਜਨ ਬੰਦਗੀ ਕਰੋ ਚਾਹੇ ਨਾ ਕਰੋ ਨਾ। ਜੋ ਜਨ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤ। ਹੇ ਪਰਮਾਤਮਾ, ਜਿਹੜੇ ਤੇਰੀ ਭਜਨ ਬੰਦਗੀ ਕਰਦੇ ਤੂੰ ਉਹਨਾਂ ਦੇ ਕਾਰਜ ਸਵਾਰਦਾ। ਇਸ ਲਈ ਜਿਹੜਾ ਪਰਮਾਤਮਾ ਦਾ ਨਾਮ ਜਪਦਾ, ਪਰਮਾਤਮਾ ਉਹਨੂੰ ਹੀ ਖਾਣ ਪੀਣ ਦਿੰਦਾ। ਬਾਕੀ ਕਹਿੰਦਾ ਆਪਣਾ ਕਰ ਲੈ, ਕਮਾ ਲੈ, ਖਾ ਲੈ। ਤੂੰ ਕਿਹੜਾ ਮੇਰਾ ਨਾਮ ਜਪਦਾ? ਤੁਹਾਡਾ ਭਜਨ ਤੁਹਾਡੇ ਅੱਖ ਹੀ ਨਹੀਂ ਲੱਗਦਾ, ਅਗੇ ਦਫਾ ਹੋ, ਆਪਣਾ ਕਮਾ ਲੈ, ਖਾ ਲੈ। ਤੁਸੀਂ ਤਾਂ ਮੋਹ 'ਚ ਭਾਵੇਂ ਉਹਨੂੰ ਰੱਖੀ ਰੱਖੋ, ਪਰਮਾਤਮਾ ਦੇ ਅੰਦਰ ਤਾਂ ਕੋਈ ਮੋਹ ਨਹੀਂ ਹੈ। ਤੁਸੀਂ ਤਾਂ ਮੋਹ 'ਚ ਆ ਕੇ ਭੈੜੇ ਜਵਾਕ ਨੂੰ ਵੀ ਰੋਟੀ ਪਾਣੀ ਦੇਈ ਜਾਓਗੇ, ਸਗੋਂ ਭੈੜੇ ਤੋਂ ਤੁਸੀਂ ਜ਼ਿਆਦਾ ਡਰਦੇ ਹੋ। ਜਿਹੜਾ ਭੈੜਾ ਹੁੰਦਾ ਨਾ, ਮਾਂ ਉਹਦਾ ਬੜਾ ਖਿਆਲ ਰੱਖਦੀ ਹੈ। ਮੈਂ ਠੀਕ ਹੈ, ਇਹ ਕਿਉਂ ਚੰਗਾ ਹੋਵੇਗਾ ਬਈ? ਇੱਕ ਮਾਂ ਦਾ, ਸਾਡਾ ਮੁੰਡਾ ਸਾਨੂੰ ਗਾਲਾਂ ਕੱਢਦਾ, ਮੈਂ ਸਾਰਾ ਟੱਬਰ ਇਕੱਠਾ ਹੋ ਜਾ, ਫੜ ਕੇ ਡੰਡੇ ਮਾਰੋ, ਘਰੋਂ ਬਾਹਰ ਕੱਢ ਦਿਓ, ਅੰਦਰ ਜੰਦਰਾ ਲਾ ਦਿਓ, ਦਫਾ ਹੋ ਜਾ, ਖਬਰਦਾਰ ਸਾਡੇ ਘਰ ਵੜਿਆ। ਪਹਿਲਾਂ ਤੁਸੀਂ ਉਸ ਤੋਂ ਗਾਲਾਂ ਖਾਈ ਗਏ, ਹੁਣ ਵੱਡਾ ਹੋ ਗਿਆ, ਹੁਣ ਖਾਈ ਜਾਓ। ਪਹਿਲੇ ਦਿਨ ਹੀ ਜਦੋਂ ਉਹਨੇ ਤੁਹਾਨੂੰ ਗਾਲ ਕੱਢੇ, 2-4 ਰਖੜੇ ਮਾਰਨੇ ਸਨ, ਖਬਰਦਾਰ ਜੇ ਮੁੜ ਕੇ ਇਸ ਤਰ੍ਹਾਂ ਕਿਹਾ, ਅਗਲੇ ਕੰਨ ਹੋ ਜਾਂਦੇ। ਪਹਿਲਾਂ ਪੁੱਛ ਕਰਦੀ ਰਹਿੰਦੀ ਨੇ, ਮਗਰ ਫਿਰ ਰੋਂਦੀਆਂ ਰੋਈ ਜਾਣ। ਜਿੱਦੇ ਪਹਿਲੇ ਦਿਨ ਨਸ਼ਾ ਕਰਕੇ ਅਸੀਂ ਵੜਨ ਨਹੀਂ ਸੀ ਦੇਣਾ ਘਰ, ਡੰਡਾ ਲੈ ਕੇ ਕਟਾਪਾ ਕਰਦੇ, ਤੂੰ ਕਿਵੇਂ ਆ ਗਿਆ, ਗੈਟ ਆਊਟ, ਬਾਹਰ ਨਿਕਲ ਜਾ। ਦੇਖਦਾ ਫਿਰ ਕਿਵੇਂ ਨਸ਼ੇ ਕਰਕੇ ਆਉਂਦਾ, ਪੁੱਛ ਕਰਕੇ ਉਹਨੂੰ ਵਾੜਦੇ ਆ, ਫਿਰ ਪੱਕੇ ਨਸ਼ਈ ਹੋ ਗਏ। ਹੁਣ ਭੋਗੀ ਜਾਓ, ਸਭ ਜੀਆ ਆਪਣਾ ਕੀ ਹੈ। ਅਸੀਂ ਆਪ ਵਿਗਾੜਦੇ ਅਤੇ ਫਿਰ ਮਗਰ ਰੋਂਦੇ ਰਹਿੰਦੇ ਹਾਂ। ਉਹ ਤਾਂ ਗੁਰੂ ਮਹਾਰਾਜ ਕੀ ਕਰਨਗੇ? ਅੰਗਰੇਜ਼ੀ ਕਹਾਵਤ, ਨਿਪ ਦਾ ਈਵਲ ਇਨ ਦਾ ਬਡ, ਬੁਰਾਈ ਨੂੰ ਸ਼ੁਰੂ 'ਚ ਰੋਕੋ। ਤੁਸੀਂ ਬੁਰਾਈ ਵਧਣ ਦਿੰਦੇ ਫਿਰ ਨਹੀਂ ਰੁਕਦੀ ਉਹ, ਫਿਰ ਜੋ ਮਰਜ਼ੀ ਜ਼ੋਰ ਲਾ ਲਓ। ਹੁਣ ਜਿਵੇਂ ਰਿਸ਼ਵਤ ਹੈ, ਭਾਵੇਂ ਜਿਹੜਾ ਮਰਜ਼ੀ ਇੱਥੇ ਰਾਸ਼ਟਰਪਤੀ ਆ ਜਾਏ, ਪ੍ਰਧਾਨ ਮੰਤਰੀ ਜਾਏ, ਫੌਜਾਂ ਦਾ ਰਾਜ ਕਿਉਂ ਨਾ ਹੋ ਜਾਏ, ਨਹੀਂ ਰਿਸ਼ਵਤ ਖਤਮ ਹੋਵੇਗੀ, ਕਿਉਂ ਫੈਲ ਹੀ ਨਹੀਂ ਗਈ ਹੈ। ਕੋਈ ਵੀ ਨਹੀਂ ਖਤਮ ਕਰ ਸਕਦੇ ਇਸ ਨੂੰ। ਅਸੀਂ ਬੁਰਾਈ ਨੂੰ ਫੈਲਣ ਦਿੱਤਾ ਹੈ, ਸ਼ੁਰੂ 'ਚ ਹੀ ਰੋਕਣਾ ਹੈ। ਆਪ ਜੀ ਨੂੰ ਬੇਨਤੀ ਹੈ, ਇਹ ਠੀਕ ਹੈ ਪਿਆਰ, ਮੈਂ ਨਹੀਂ ਕਹਿੰਦਾ ਪਿਆਰ ਨਾ ਕਰੋ, ਬੱਚੇ ਨੂੰ ਪਿਆਰ ਕਰੋ, ਪਰ ਨਾ ਇਸ ਤਰ੍ਹਾਂ ਨਾ ਕਰੋ ਕਿ ਉਹਦੀਆਂ ਬੁਰਾਈਆਂ ਨੂੰ ਤੁਸੀਂ ਢੱਕਦੇ ਫਿਰੋ। ਸ਼ੁਰੂ 'ਚ ਹੀ ਬੁਰਾਈ ਰੋਕ ਦਿਓ, ਤਾਂ ਜੋ ਅੱਗੇ ਤੋਂ ਬੁਰਾਈ ਕਰੇ ਨਾ, ਅਤੇ ਤੁਸੀਂ ਜੀਵਨ ਤੁਹਾਡਾ ਸੁਖੀ ਹੋ ਜਾਏ। ਇੱਕ ਵਾਰੀ ਤੁਸੀਂ ਉਹਨੂੰ ਢਿੱਲ ਦੇਤੀ ਵੀ ਹਾਂ ਜੀ ਪੁੱਤ ਹੈ ਜੀ, ਇਹ ਪੁੱਤ ਕਰਕੇ ਹੀ ਵਿਗਾੜ ਲਿਆ। ਜਿਵੇਂ ਅਸਮਾਨੋਂ ਡਿੱਗਿਆ ਹੋਇਆ, ਧੀ ਨਹੀਂ ਅਸਮਾਨੋਂ ਡਿੱਗੀ, ਇਹ ਤੁਹਾਡਾ ਪੁੱਤਰ ਜ਼ਿਆਦਾ ਅਸਮਾਨੋਂ ਡਿੱਗਿਆ ਹੈ। ਤੁਸੀਂ ਪੁੱਤਰ ਨੂੰ ਪਹਿਲ ਦਿੰਦੇ ਹੋ, ਇਸ ਲਈ ਵਿਗੜਦਾ ਹੈ। ਜੇ ਧੀ ਪੁੱਤ ਨੂੰ ਬਰਾਬਰ ਸਮਝੋ, ਨਹੀਂ ਵਿਗੜਦਾ ਕਦੇ। ਪੁੱਤਰ 11 ਵਜੇ ਤੋਂ ਬਾਹਰ ਧੱਕੇ ਖਾ ਰਿਹਾ ਬਾਜ਼ਾਰਾਂ 'ਚ, ਅਵਾਰਾਗਰਦੀ ਕਰਦਾ ਰਿਹਾ। ਹੁਣ ਪੁੱਛਦੇ ਕਿੱਥੇ ਗਿਆ ਤੂੰ? ਜਾਂ ਰਾਤ ਪੈ ਗਈ, ਵੇਲੇ ਸੇ ਰੋਟੀ ਖਾਓ, ਕਰ ਰਹੋ, ਬਥੇਰਾ ਦਿਨ ਸਾਰਾ ਦਿਨ ਫਿਰ ਲੈ। ਸਾਨੂੰ ਨਹੀਂ ਸੀ ਬਾਪੂ ਜੀ ਰਾਤ ਨੂੰ ਨਿਕਲਣ ਦਿੰਦੇ, ਕਹਿੰਦੇ ਸਾਰਾ ਦਿਨ ਤੂੰ ਸਕੂਲੋਂ ਪੜ੍ਹ ਕੇ ਆਏ, ਇਹ ਖੇਤੀਬਾੜੀ ਕਰਕੇ, ਰੋਟੀ ਖਾਓ, ਆਪਣਾ ਪਾਓ, ਤੁਸੀਂ ਆਪਣੀ ਪੜ੍ਹਾਈ ਕਰੋ, ਇਹ ਆਪਣਾ ਪੈਣਗੇ ਸਵੇਰੇ ਉੱਠ ਕੇ ਫਿਰ ਹਲ ਵਾੜਨ, ਤੁਸੀਂ ਸਕੂਲੇ ਜਾਣਾ ਨਹੀਂ। ਦਿਨ ਛਿਪਣ ਤੋਂ ਬਾਅਦ ਸਾਡੇ ਘਰ ਦੇ ਅਸੂਲ ਸੀ ਬਈ ਉਦੋਂ ਲਾਈਟਾਂ ਨਹੀਂ ਸੀ ਹੁੰਦੀਆਂ। ਪਿਤਾ ਜੀ ਨੇ ਕਹਿਣਾ ਰੋਟੀ ਦਿਨ ਖੜੇ ਪੱਕਣੀ ਚਾਹੀਦੀ ਹੈ, ਜੇ ਰਾਤ ਪੈ ਗਈ ਫਿਰ ਨਾ ਕਿ ਤੁਹਾਡੇ ਥੱਪੜ ਪੈਣਗੇ। ਭਰਜਾਈ ਨੂੰ ਪਤਾ ਸੀ ਵੀ ਹਾਂ ਬਾਪੂ ਡੰਡਾ ਲੈ ਕੇ ਮਗਰ ਪੈ ਜਾਣਾ। ਦਿਨ ਖੜੇ ਰੋਟੀ ਪੱਕਦੀ ਸੀ, ਦਿਨ ਖੜੇ ਕਹਿੰਦੇ ਇਹਦੇ ਰਾਤ ਨੂੰ ਜਿਹੜਾ ਹੈ
ਕੋਈ ਚੀਜ਼ ਵਿੱਚ ਡਿੱਗ ਪਏ ਦੀਵੇ ਦੇ ਚਾਨਣ 'ਚ ਕੀ ਦਿਸਦਾ ਹੈਗਾ। ਰਾਤ ਨੂੰ ਨਹੀਂ ਸੀ ਬਾਹਰ ਨਿਕਲਣ ਦਿੰਦੇ, ਕਦੇ ਖਬਰਦਾਰ ਕਿਤੇ ਬਾਹਰ ਗਏ। ਹੁਣ ਉਹ ਆਦਤ ਪਈ ਹੋਈ, ਮੈਂ ਰਾਤ ਨੂੰ ਕਿਤੇ ਜਾਂਦਾ ਹੀ ਨਹੀਂ। ਤੁਸੀਂ ਮੈਨੂੰ ਕਦੇ ਵੀ ਰਾਤ ਨੂੰ ਕਿਤੇ ਨਹੀਂ ਵੇਖਿਆ ਬਾਹਰ। ਉਹ ਆਦਤ ਉਸ ਤਰ੍ਹਾਂ ਪਈ ਵੀ ਕੀ ਕਰਨਾ, ਦਿਨ ਥੋੜ੍ਹਾ ਫਿਰਨ ਨੂੰ। ਤੁਹਾਡੇ ਬੱਚੇ 11 ਕਰਵੇ ਰਾਤ ਨੂੰ ਅਵਾਰਾਗਰਦੀ, ਕਦੇ ਕੁਝ 10 ਇੱਥੇ ਖੜੇ 5 ਇੱਥੇ ਖੜੇ ਨੇ, ਉਹ ਵਿਗੜਨਗੇ ਹੀ। ਜਿੰਨਾ ਬੱਚਾ ਘਰੋਂ ਬਾਹਰ ਰਹੇਗਾ ਓਨਾ ਜ਼ਿਆਦਾ ਵਿਗੜੇਗਾ। ਇਹ ਹੁਣ ਤੁਹਾਡੀ ਮਰਜ਼ੀ ਹੈ। ਜਿਹੜੇ ਤਾਂ ਵਿਗੜ ਗਏ ਨੇ ਉਹ ਤਾਂ ਹੁਣ ਪਾਠ ਮੇਰੇ ਤੋਂ ਲੈ ਲਓ ਸੁਧਾਰਨ ਲਈ, ਅਤੇ ਜਿਹੜੇ ਨਹੀਂ ਅਜੇ ਵਿਗੜੇ ਅਤੇ ਉਹਨਾਂ ਦਾ ਫਿਰ ਖਿਆਲ ਰੱਖਣਾ ਤੁਸੀਂ ਜ਼ਿੰਮੇਵਾਰ ਹੋ। ਇਸ ਲਈ ਗੁਰੂ ਮਹਾਰਾਜ ਕਹਿੰਦੇ ਕੋਈ ਕਿਸੇ ਦਾ ਆਸਰਾ ਨਹੀਂ ਹੈਗਾ। ਪਰਮਾਤਮਾ ਸਾਰੇ ਥਾਵਾਂ 'ਤੇ ਰਿਜ਼ਕ ਪਹੁੰਚਾਉਂਦਾ ਹੈ, ਜਿੱਥੇ ਵੀ ਕੋਈ ਹੈ। ਕਹਿੰਦੇ ਤੂੰ ਕਿਉਂ ਐਵੇਂ ਚਿੰਤਾ ਕਰਦਾ, ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਪਉ ਕਰਿਆ। ਕਹਿੰਦੇ ਮਨ 'ਚ ਡਰ ਨਾ, ਪਰਮਾਤਮਾ ਸਾਰੇ ਥਾਵਾਂ 'ਤੇ ਜਿੱਥੇ ਜਿੱਥੇ ਜੀ ਉੱਥੇ ਰਿਜ਼ਕ ਪਹੁੰਚਾਉਂਦਾ ਹੈ। ਪਰ ਨਾਲ ਮੈਂ ਤੁਹਾਨੂੰ ਸ਼ਰਤ ਦੱਸਦੀ ਹੈ ਕਿ ਪਰਮਾਤਮਾ ਖਾਣ ਨੂੰ ਵਧੀਆ ਉਹਨਾਂ ਨੂੰ ਦਿੰਦਾ ਹੈ ਜਿਹੜੇ ਉਹਦੀ ਭਜਨਬੰਦੀ ਕਰਦੇ। ਉਹਦੀ ਫਿਰ ਜ਼ਿੰਮੇਵਾਰੀ ਹੋ ਜਾਂਦੀ ਹੈ ਕਿ ਮੇਰੀ ਭਜਨਬੰਦੀ ਕਰਦਾ, ਇਹਦੇ ਤੱਕ ਰਿਜ਼ਕ ਪਹੁੰਚਾਉਣਾ ਹੀ ਪਹੁੰਚਾਉਣਾ ਹੈ। ਬਾਕੀ ਆਪਣੀ ਹਿੰਮਤ ਹੈ, ਵੀ ਆਪਣੀ ਕਿਸਮਤ ਹੈ, ਆਪਣਾ ਜ਼ੋਰ ਹੈ। ਜਿੰਨਾ ਕਰ ਕਮਾ ਲਏਗਾ ਬੰਦਾ, ਖਾ ਲਏਗਾ। ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।